ਅਸੀਂ ਹਮੇਸ਼ਾ ਕਹਿੰਦੇ ਆ ਹੈਲਥ ਇਜ਼ ਵੈਲਥ। ਅਸੀਂ ਹੈਲਥ ਦੇ ਉੱਤੇ ਕਿੰਨਾ ਕੁ ਧਿਆਨ ਦਿੰਦੇ ਆ, ਖਾਸ ਕਰਕੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ, ਖਾਸ ਕਰਕੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਅਸੀਂ ਘਰ ਦੇ ਵਿੱਚ ਬਣਿਆ ਹੋਇਆ ਭੋਜਨ ਖਾਂਦੇ ਆ ਕਿ ਜੇ ਅਸੀਂ ਚੰਗੀ ਤਰ੍ਹਾਂ ਨਾ ਖਾਈਏ ਪੀਏ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸਕਿਨ ਦੇ ਨਾਲ ਰਿਲੇਟਡ ਬਿਮਾਰੀ ਹੈ। ਕਿਉਂ ਹੁੰਦੀਆਂ ਨੇ ਇਹ ਡਿਸੀਜ਼ਸ, ਕਿਸ ਤਰ੍ਹਾਂ ਦੇ ਨਾਲ ਪ੍ਰੀਵੈਂਟ ਕੀਤਾ ਜਾ ਸਕਦਾ, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਲੱਛਣ ਕਿਹੜੇ-ਕਿਹੜੇ ਨੇ, ਤੇ ਡਿਟੇਲ ਦੇ ਵਿੱਚ ਅੱਜ ਸਕਿਨ ਦੇ ਬਾਰੇ ਗੱਲਬਾਤ ਹੋਣ ਵਾਲੀ ਹੈ। ਸਭ ਕਿਉਂ ਹੁੰਦੀਆਂ ਨੇ ਸਕਿਨ ਦੀਆਂ ਬਿਮਾਰੀਆਂ, ਨੇ ਕਾਰਨ ਕੀ ਹੈ? ਸਕਿਨ ਦੀਆਂ ਬਿਮਾਰੀਆਂ ਦੇ ਕਾਰਨ ਤੋਂ ਪਹਿਲਾਂ ਸਾਨੂੰ ਸਕਿਨ ਦੀਆਂ ਬਿਮਾਰੀਆਂ ਦੀ ਥੋੜੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ। ਸਾਡੇ ਭਾਈਚਾਰੇ ਦੇ ਵਿੱਚ ਜਿਹੜਾ ਕਿ ਪੰਜਾਬ ਦਾ, ਚਾਹੇ ਉਹ ਚੜ੍ਹਦੇ ਪੰਜਾਬ ਦਾ ਜਾਂ ਉਹ ਲਹਿੰਦੇ ਪੰਜਾਬ ਦਾ ਹੈ, ਉਹਦੇ ਵਿੱਚ ਚਰਮ ਰੋਗਾਂ ਨੇ ਇੱਕ ਤਹਿਲਕਾ ਮਚਾਇਆ ਹੋਇਆ ਹੈ। ਉਹਦੇ ਵਿੱਚ ਸਭ ਤੋਂ ਭਿਆਨਕ ਉਹ ਹੈਗਾ ਸੋਰਾਇਸਿਸ ਤੇ ਐਗਜ਼ੀਮਾ। ਜੇ ਸਾਨੂੰ ਪਤਾ ਹੋਏਗਾ ਕਿ ਆਹ ਕਾਰਨ ਨੇ ਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਜਿਹਨੂੰ ਅਸੀਂ ਪ੍ਰੀਵੈਂਟਿਵ ਕਹਿੰਦੇ ਹਾਂ। ਸਕੈਲਪ ਸੋਰਾਇਸਿਸ ਦੇ ਵਿੱਚ ਕੀ ਹੈ ਕਿ ਜਿਵੇਂ ਸਿੱਕਰੀ ਦੀ ਚਾਨੇ ਹੁੰਦੇ ਆ, ਮੱਛੀ ਦੇ ਚਾਨੇ ਹੁੰਦੇ ਆ, ਸਿੱਕਰੀ ਦੇ ਸਕੇਲਿੰਗ ਹੁੰਦੀ ਹੈ, ਉਹ ਝੜਦਾ ਰਹਿੰਦਾ ਸਾਰੀ ਰਾਤ। ਤੁਹਾਡਾ ਸਰਾਣਾ ਵੀ, ਬਿਸਤਰ ਵੀ ਤੁਹਾਡਾ ਵਾਈਟ ਹੋ ਜਾਂਦਾ। ਅਸੀਂ ਸਿੱਕਰੀ ਕਹਿ ਕੇ ਗੱਲ ਮੁਕਾ ਦਿੰਦੇ ਹਾਂ ਤੇ ਇਹਨੂੰ ਸਿੱਕਰੀ ਨਾ ਮੰਨ ਕੇ ਇਹਨੂੰ ਸੋਰਾਇਸਿਸ ਮੰਨ ਲਓ। ਔਰ ਇਹਦਾ ਬਣਦਾ ਉਪਚਾਰ ਜਿਹੜਾ ਕਿ ਪਰਹੇਜ਼ ਦੇ ਵਿੱਚ ਜੁੜਿਆ ਹੋਇਆ ਹੈ, ਔਰ ਉਹਦਾ ਉਪਚਾਰ ਵੀ ਹੈ, ਤੇ ਫਿਰ ਕਦੀ ਨਾ ਤੁਹਾਨੂੰ ਹੋਵੇ ਉਹ ਸਾਰਾ ਕੁਝ। ਸੋ ਜਿਹਨੂੰ ਅਸੀਂ ਪ੍ਰੀਵੈਂਟਿਵ, ਕਿਊਰੇਟਿਵ ਐਂਡ ਰੀਹੈਬਿਲਿਟੇਟਿਵ ਕਹਿੰਦੇ ਹਾਂ। ਸੋ ਇਸ ਕਰਕੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਦੇ ਤੋਂ ਬਚਣਾ ਕਿਵੇਂ ਹੈ। ਜੇ ਬਚ ਗਏ ਆ ਤੇ ਇਹਦੇ ਵਿੱਚੋਂ ਬਾਹਰ ਕਿਵੇਂ ਆਉਣਾ ਹੈ, ਤੇ ਇਹ ਕੋਸ਼ਿਸ਼ ਕਰਦੇ ਰਹਿਣਾ ਹੈ ਕਿ ਅਸੀਂ ਸਾਰੀ ਉਮਰ ਆਪਣਾ ਪ੍ਰਬੰਧ ਕਰਨਾ ਤੇ ਆਉਣ ਵਾਲੀ ਜਨਰੇਸ਼ਨ 'ਚ ਨਹੀਂ ਜਾਣ ਦੇਣਾ। ਇਹਦੇ ਲਈ ਸਾਨੂੰ ਆਪ ਉਪਰਾਲੇ ਕਰਨੇ ਪੈਣੇ ਆ। ਸੋ ਇਸ ਕਰਕੇ ਜੇ ਤੁਸੀਂ ਚਰਮ ਰੋਗ ਤੋਂ ਪੀੜਤ ਹੋ ਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਖਾਣ ਪਾਣ ਦੇ ਵਿੱਚ ਸੁਧਾਈ ਕਰ ਲਓ। ਜਿਹੜੇ ਚਰਮ ਰੋਗ ਜਾਂ ਸਾਹ ਦੇ ਰੋਗਾਂ ਤੋਂ ਪੀੜਤ ਨੇ, ਜਿੱਥੇ ਕਿਤੇ ਆਰਟੀਫੀਸ਼ੀਅਲ ਟੇਸਟ ਐਡ ਕੀਤਾ ਹੋਇਆ ਫੂਡ ਦੇ ਵਿੱਚ, ਬਹੁਤ ਸਾਰੇ ਟੇਸਟ ਐਨਹੈਂਸਰ ਯੂਜ਼ ਹੁੰਦੇ ਆ। ਸਕਿਨ ਦੀਆਂ ਪ੍ਰੋਬਲਮਸ ਨੇ, ਸਾਹ ਦੀਆਂ ਪ੍ਰੋਬਲਮ ਨੇ, ਬਲਕਿ ਮੈਂ ਤੇ ਇਹ ਕਹਾਂਗਾ ਕਿ ਇਹ ਤਿੰਨੇ ਚੀਜ਼ਾਂ ਸਾਡੇ ਕੋਲ ਕੈਂਸਰ ਦੇ ਰੋਗੀ ਬਣਾਉਣ ਦੇ ਵਿੱਚ ਇਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ। ਸੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਤਾਂ ਇਹ ਚੀਜ਼ ਜਿਹੜੀ ਅਪਣਾ ਲੈਣੀ ਚਾਹੀਦੀ ਹੈ ਜ਼ਿੰਦਗੀ। ਯੈਸ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਐਂਡ ਪ੍ਰੀਵੈਂਸ਼ਨ ਇਜ਼ ਹਾਫ ਦਾ ਕਿਉਰ। ਅੱਧਾ ਇਲਾਜ ਤੇ ਤੁਸੀਂ ਆਪ ਕਰ ਲਿਆ, ਅੱਧਾ ਡਾਕਟਰ ਦੇ ਜ਼ਿੰਮੇ ਲਾ ਦਿਓ, ਕੋਈ ਗੱਲ ਨਹੀਂ, ਅੱਧੀ ਅਸੀਂ ਕੰਟਰੀਬਿਊਟ ਕਰੀਏ। ਸੋ ਸਰੋਂ ਦੇ ਤੇਲ ਦੇ ਵਿੱਚ ਅਸੀਂ ਹਲਦੀ ਤੇ ਲਸਣ ਬਰੀਕ ਸਲਾਈਸਿਸ ਕੱਟ ਕੇ ਉਹਦੇ ਚ ਪਾ ਕੇ ਉਹਨੂੰ ਸਾੜ ਕੇ ਉਹ ਤੇਲ ਬਣਾ ਲਓ, ਜਿਹਦੇ ਵਿੱਚ ਹਲਦੀ ਦਾ ਰਸ ਚਲਾ ਗਿਆ ਹੈ ਔਰ ਨਾਲ ਦੀ ਨਾਲ ਲਸਣ ਦਾ ਰਸ ਚਲਾ ਗਿਆ ਹੈ। ਉਹ ਤੁਹਾਡਾ ਲੋਸ਼ਨ ਤਿਆਰ ਹੋ ਗਿਆ। ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਹੈਲਥ ਦੇ ਰਿਲੇਟਡ ਗੱਲਬਾਤ ਹੋਣ ਵਾਲੀ ਹੈ। ਅਸੀਂ ਹਮੇਸ਼ਾ ਕਹਿੰਦੇ ਆ ਹੈਲਥ ਇਜ਼ ਵੈਲਥ। ਅਸੀਂ ਹੈਲਥ ਦੇ ਉੱਤੇ ਕਿੰਨਾ ਕੁ ਧਿਆਨ ਦਿੰਦੇ ਆ, ਖਾਸ ਕਰਕੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ, ਖਾਸ ਕਰਕੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਅਸੀਂ ਘਰ ਦੇ ਵਿੱਚ ਬਣਿਆ ਹੋਇਆ ਭੋਜਨ ਖਾਂਦੇ ਆ, ਕਿੰਨਾ ਕੁ ਅਸੀਂ ਘਰ ਦੇ ਵਿੱਚ ਸਾਰੇ ਮਸਾਲੇ ਯੂਜ਼ ਕਰਦੇ ਆ, ਅਸੀਂ ਕਿੰਨਾ ਕੁ ਘਰ ਦੇ ਵਿੱਚ ਬਣਿਆ ਹੈਲਥੀ ਫੂਡ ਖਾਂਦੇ ਆ, ਅਸੀਂ ਕਿਸ ਤਰ੍ਹਾਂ ਦੇ ਨਾਲ ਫੂਡ ਨੂੰ ਪਕਾਉਂਦੇ ਆ, ਤੇ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਕਿਵੇਂ ਸਾਡੀ ਜ਼ਿੰਦਗੀ ਦੇ ਉੱਤੇ ਇੰਨਾ ਵੱਡਾ ਇੰਪੈਕਟ ਪਾ ਦਿੰਦੀਆਂ ਨੇ ਕਿ ਜੇ ਅਸੀਂ ਚੰਗੀ ਤਰ੍ਹਾਂ ਨਾ ਖਾਈਏ ਪੀਏ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸਕਿਨ ਦੇ ਨਾਲ ਰਿਲੇਟਡ ਬਿਮਾਰੀ ਹੈ। ਅੱਜ ਕੱਲ੍ਹ ਜੇ ਰਿਪੋਰਟਸ ਦੀ ਗੱਲ ਕਰੀਏ, ਡੇਟਾ ਦੀ ਗੱਲ ਕਰੀਏ, ਤਾਂ ਬਹੁਤ ਸਾਰੇ ਲੋਕ ਸਕਿਨ ਡਿਸਆਰਡਰ, ਸਕਿਨ ਡਿਸੀਜ਼ਸ ਦਾ ਸ਼ਿਕਾਰ ਹੋ ਰਹੇ ਨੇ। ਕਿਉਂ ਹੁੰਦੀਆਂ ਨੇ ਇਹ ਡਿਸੀਜ਼ਸ, ਕਿਸ ਤਰ੍ਹਾਂ ਦੇ ਨਾਲ ਪ੍ਰੀਵੈਂਟ ਕੀਤਾ ਜਾ ਸਕਦਾ,
ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਲੱਛਣ ਕਿਹੜੇ-ਕਿਹੜੇ ਨੇ ਤੇ ਡਿਟੇਲ ਦੇ ਵਿੱਚ ਅੱਜ ਸਕਿਨ ਦੇ ਬਾਰੇ ਗੱਲਬਾਤ ਹੋਣ ਵਾਲੀ ਹੈ, ਕਿਉਂਕਿ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਅਰੀਦਮਨ ਮਾਹਲ ਜੀ। ਆਓ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸ਼ੁਕਰੀਆ, ਬਹੁਤ ਮਿਹਰਬਾਨੀ। ਕਿਵੇਂ ਹੋ ਜੀ, ਕੀ ਹਾਲ ਚਾਲ? ਚੜ੍ਹਦੀ ਕਲਾ। ਪਿਛਲੇ ਪ੍ਰੋਗਰਾਮ ਅਸੀਂ ਕੀਤੇ ਆ, ਲਗਭਗ 5 ਐਪੀਸੋਡ ਅਸੀਂ ਆਲਰੇਡੀ ਕਰ ਚੁੱਕੇ ਹਾਂ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਿਫਤ ਕਰ ਰਹੇ ਨੇ ਕਿ ਸਾਨੂੰ ਇਨਫੋਰਮੇਸ਼ਨ ਚੰਗੀ ਮਿਲ ਰਹੀ ਹੈ ਤੇ ਅਸੀਂ ਇਨਫੋਰਮੇਸ਼ਨ ਦੇ ਨਾਲ ਐਡੂਕੇਟ ਹੋ ਰਹੇ ਹਾਂ, ਕਿਉਂਕਿ ਇਨਫੋਰਮੇਸ਼ਨ ਬਹੁਤ ਤਰ੍ਹਾਂ ਦੀ ਹੈ, ਸੋਸ਼ਲ ਮੀਡੀਆ ਤੇ ਮਿਲਦੀ ਹੈ, ਟੀਵੀ ਚੈਨਲਸ ਦੇ ਉੱਤੇ ਮਿਲਦੀ ਹੈ, ਪਰ ਜਦੋਂ ਅਸੀਂ ਇਨਫੋਰਮੇਸ਼ਨ ਨੂੰ ਐਜੂਕੇਸ਼ਨ ਬਣਾ ਲੈਂਦੇ ਹਾਂ ਨਾ ਤਾਂ ਫਿਰ ਉਹਨੂੰ ਇੰਪਲੀਮੈਂਟ ਕਰ ਲੈਂਦੇ ਆ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ। ਅੱਜ ਅਸੀਂ ਸਕਿਨ ਦੀ ਗੱਲ ਕਰਾਂਗੇ, ਸਕਿਨ ਡਿਸਆਰਡਰਸ ਦੀ ਗੱਲ ਕਰਾਂਗੇ। ਪਹਿਲ ਸਕਿਨ ਦੀਆਂ ਇੰਨੀਆਂ ਬਿਮਾਰੀਆਂ ਨਹੀਂ ਹੋਇਆ ਕਰਦੀਆਂ ਸੀ। ਜੇ ਸਕਿਨ ਤੇ ਕੁਝ ਹੋਇਆ ਕਰਦਾ ਸੀ ਤਾਂ ਘਰ ਦੇ ਵਿੱਚ ਉਪਟਨ ਕਹਿ ਦਿੰਦੇ ਆ, ਕੋਈ ਲੇਪ ਕਹਿ ਦਿੰਦੇ ਆ, ਉਹ ਥੋੜਾ ਬਹੁਤ ਬੇਸਨ ਲਾ ਕੇ ਹਲਦੀ ਲਾ ਕੇ ਬਣਾ ਲਿਆ ਜਾਂਦਾ ਸੀ ਤੇ ਲਾ ਲਿਆ ਜਾਂਦਾ ਸੀ। ਪਰ ਹੁਣ ਇੰਨੀਆਂ ਕਿ ਬਿਮਾਰੀਆਂ ਹੋ ਗਈਆਂ ਨੇ, ਯੂ ਨੇਮ ਇਟ, ਕਾਊਂਟ ਵੀ, ਉਂਗਲਾਂ ਵੀ ਮੁੱਕ ਜਾਂਦੀਆਂ ਕਿ ਇੰਨੀਆਂ ਸਕਿਨ ਦੀਆਂ ਅਲੱਗ-ਅਲੱਗ ਬਿਮਾਰੀਆਂ। ਡਾਕਟਰ ਸਾਹਿਬ, ਕਿਉਂ ਹੁੰਦੀਆਂ ਨੇ ਸਕਿਨ ਦੀਆਂ ਬਿਮਾਰੀਆਂ? ਨੇ ਕਾਰਨ ਕੀ ਹੈ? ਸਕਿਨ ਦੀਆਂ ਬਿਮਾਰੀਆਂ ਦੇ ਕਾਰਨ ਤੋਂ ਪਹਿਲਾਂ ਸਾਨੂੰ ਸਕਿਨ ਦੀਆਂ ਬਿਮਾਰੀਆਂ ਦੀ ਥੋੜੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ। ਬਿਲਕੁਲ। ਇਸ ਵੇਲੇ ਜੇ ਪੱਛਮ ਦੀ ਗੱਲ ਕਰੀਏ ਜਾਂ ਵੈਸਟਰਨ ਹੈਮਸਫੀਅਰ ਦੀ ਗੱਲ ਕਰੀਏ, ਜਿਹਦੇ ਵਿੱਚ ਯੂਰਪ ਤੇ ਨਾਰਥ ਅਮਰੀਕਾ ਆ ਜਾਂਦਾ ਹੈ, ਸਾਡੇ ਭਾਈਚਾਰੇ ਦੇ ਵਿੱਚ ਜਿਹੜਾ ਕਿ ਪੰਜਾਬ ਦਾ, ਚਾਹੇ ਉਹ ਚੜ੍ਹਦੇ ਪੰਜਾਬ ਦਾ ਜਾਂ ਉਹ ਲਹਿੰਦੇ ਪੰਜਾਬ ਦਾ ਹੈ, ਉਹਦੇ ਵਿੱਚ ਚਰਮ ਰੋਗਾਂ ਨੇ ਇੱਕ ਤਹਿਲਕਾ ਮਚਾਇਆ ਹੋਇਆ ਹੈ। ਉਹਦੇ ਵਿੱਚ ਸਭ ਤੋਂ ਭਿਆਨਕ ਉਹ ਹੈਗਾ ਸੋਰਾਇਸਿਸ ਤੇ ਐਗਜ਼ੀਮਾ, ਜਾਂ ਹੋਰ ਨਾ ਜਿਹਦੇ ਵਿੱਚ ਸਕਿਨ ਤੇ ਪ੍ਰੋਬਲਮ ਆ ਜਾਂਦੀਆਂ, ਉਹਨੂੰ ਆਈਟਿਸ ਦੇ ਨਾਲ, ਡਰਮੇਟਾਈਟਿਸ ਕਹਿ ਕੇ ਅਸੀਂ ਉਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਸ਼ਾਮਲ ਕਰ ਲੈਂਦੇ ਹਾਂ ਜੀ। ਜਾਂ ਫਿਰ ਸਾਡੀ ਠੇਠ ਲੈਂਗੁਏਜ ਦੇ ਵਿੱਚ, ਸਾਡੀ ਪੰਜਾਬੀ ਦੇ ਵਿੱਚ ਲੂਤਾਂ ਹੋ ਗਈਆਂ, ਧੱਦਰਾਂ ਹੋ ਗਈਆਂ, ਫਿਰ ਸਾਡੇ ਕੋਲ ਹਾਈਵਸ, ਧੱਫੜ ਆ ਜਾਂਦੇ ਆ, ਜਾਂ ਫਿਰ ਸਕੇਬੀਜ਼, ਹਰ ਥਾਂ ਤੇ ਖਾਰਿਸ਼ ਹੋਈ ਜਾਂਦੀ ਹੈ। ਔਰ ਪਰਟੀਕੁਲਰਲੀ ਉਹ ਫੋਲਡਸ ਜਿਹੜੇ ਸਾਨੂੰ ਐਕਸਪੋਜ਼ ਨਹੀਂ ਹੁੰਦੇ, ਉੱਥੋਂ ਕਈ ਵਾਰੀ ਸਾਰੀ ਉਮਰ ਹੀ ਖਾਰਿਸ਼ ਜਾਂਦੀ ਨਹੀਂ। ਹੁਣ ਇਹ ਖਾਰਿਸ਼ ਦੀਆਂ ਬਿਮਾਰੀਆਂ ਦੇ ਪਿੱਛੇ ਕਾਰਨ ਕੀ ਹੈ ਜੀ? ਕਿਉਂਕਿ ਬਹੁਤ ਜ਼ਰੂਰੀ ਹੈ, ਕਾਜ਼ ਐਂਡ ਇਫੈਕਟ ਥਿਊਰੀ ਹੈ, ਜਿਹੜੀ ਕਿ ਮੁੱਢ ਕਦੀਮ ਤੋਂ ਇਨਸਾਨ ਦੇ ਪੈਦਾ ਹੋਣ ਤੋਂ ਪਹਿਲਾਂ ਪ੍ਰਚਲਿਤ ਸੀ ਜੀ, ਕਿ ਹਰ ਚੀਜ਼ ਦਾ ਕਾਰਨ ਹੁੰਦਾ ਹੈ, ਹਰ ਬਿਮਾਰੀ ਦਾ ਕਾਰਨ ਹੈ। ਤੇ ਜੇ ਅਸੀਂ ਕਾਰਨ ਦੀ ਰੂਟਸ ਤੱਕ ਚਲੇ ਜਾਈਏ ਤੇ ਉਹਨੂੰ ਅਸੀਂ ਵਿਡਰਾ ਕਰ ਲਈਏ ਤੇ ਅਸੀਂ ਬਹੁਤ ਸਾਰੇ ਦੁੱਖ ਤਕਲੀਫਾਂ ਤੋਂ ਬਚ ਸਕਦੇ ਹਾਂ, ਜਿਹਨੂੰ ਪਰਹੇਜ਼ ਕਹਿੰਦੇ ਹਾਂ। ਸੋ ਪਰਹੇਜ਼ ਅੱਧਾ ਇਲਾਜ ਹੁੰਦਾ ਹੈ, ਜਾਂ ਇਲਾਜ ਨਾਲੋਂ ਪਰਹੇਜ਼ ਚੰਗਾ। ਅਸੀਂ ਇਹੀ ਟੀਚ ਕਰਦੇ ਹਾਂ, ਪ੍ਰੀਚ ਕਰਦੇ ਹਾਂ, ਪ੍ਰੈਪਗੇਟ ਕਰਦੇ ਹਾਂ, ਤਾਂ ਕਿ ਅਸੀਂ ਬਿਮਾਰ ਹੋਈਏ ਹੀ ਨਾ। ਜੇ ਸਾਨੂੰ ਪਤਾ ਹੋਏਗਾ ਕਿ ਆਹ ਕਾਰਨ ਨੇ ਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ, ਜਿਹਨੂੰ ਅਸੀਂ ਪ੍ਰੀਵੈਂਟਿਵ ਕਹਿੰਦੇ ਹਾਂ ਜੀ। ਪੁਰਾਤਨ ਸਮਿਆਂ ਦੇ ਵਿੱਚ ਪ੍ਰੀਵੈਂਟਿਵ ਮੈਡੀਸਨ ਦਾ ਅੱਜ ਵੀ ਪ੍ਰਚਲਿਤ ਹੈ ਸਿਲੇਬਸ ਦੇ ਵਿੱਚ। ਜਿਹੜੇ ਲੋਕ BAMS ਕਰਦੇ ਆ, ਆਯੁਰਵੈਦਿਕ ਸਟੱਡੀਜ਼ ਕਰਦੇ ਆ, ਈਵਨ MBBS ਕਰਦੇ ਆ, ਉਹਦੇ ਵਿੱਚ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਇੱਕ ਸੈਗਮੈਂਟ ਹੈ। ਉਹਦੇ ਵਿੱਚ ਕੀ ਟੀਚ ਕੀਤਾ ਜਾਂਦਾ ਹੈ ਕਿ ਲੈਟ ਅਸ ਨਾਟ ਫਾਲ ਸਿਕ, ਆਓ ਬਿਮਾਰ ਨਾ ਹੋਈਏ। ਪਿਛਲੇ ਦਿਨਾਂ ਦੇ ਵਿੱਚ ਵਾਇਰਲ ਡਿਜ਼ੀਜ਼ਸ ਨੇ ਬੜਾ ਹੈਵਿਕ ਮਚਾਇਆ ਸਾਰੀ ਦੁਨੀਆ ਦੇ ਵਿੱਚ। ਇਸੇ ਤਰੀਕੇ ਦੇ ਨਾਲ ਬਹੁਤ ਸਾਰੀਆਂ ਅਕਵਾਇਰਡ ਡਿਜ਼ੀਜ਼ਸ ਦੇ ਵਿੱਚ ਬੈਕਟੀਰੀਅਲ ਆ ਗਈਆਂ, ਜਾਂ ਬਹੁਤ ਵਾਰੀਆਂ ਫੰਗਸ ਨਾਲ ਰਿਲੇਟਡ ਬਿਮਾਰੀਆਂ ਸਾਡੇ ਕੋਲ ਆ ਜਾਂਦੀਆਂ, ਜਿਹੜੀਆਂ ਕਿ ਅਸੀਂ ਅਕਵਾਇਰ ਕਰਦੇ ਹਾਂ। ਤੇ ਜੇ ਸਾਨੂੰ ਉਹਦੇ ਰੂਟ ਕਾਜ਼ ਦਾ ਪਤਾ ਹੋਵੇ ਕਿ ਇੱਥੋਂ ਸਾਨੂੰ ਇਹ ਬਿਮਾਰੀਆਂ ਲੱਗ ਸਕਦੀਆਂ, ਤੇ ਫਿਰ ਅਸੀਂ ਉਹਦਾ ਪ੍ਰਬੰਧ ਕਰਕੇ ਉਹਦੇ ਤੋਂ ਦੂਰ ਰਹਿ ਕੇ ਆਪਣੇ ਆਪ ਨੂੰ ਬਚਾ ਸਕਦੇ ਹਾਂ। ਸੋ ਜੇ ਮੈਂ ਸੋਰਾਇਸਿਸ ਦੀ ਗੱਲ ਕਰਾਂ ਤੇ ਸਾਨੂੰ ਉਹਦੀ ਪਛਾਣ ਹੋਣੀ ਚਾਹੀਦੀ ਹੈ ਜੀ। ਅਸੀਂ ਸਿਕਰੀ ਕਹਿ ਕੇ ਹੀ ਸੋਰਾਇਸਿਸ ਨੂੰ ਲੰਘਾ ਦਿੰਦੇ ਹਾਂ, ਔਰ 20 ਸਾਲ ਉਹਦੇ ਤੋਂ ਸਫ਼ਰ ਕਰਦੇ ਹਾਂ। ਅਸੀਂ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਸਕੈਲਪ ਸੋਰਾਇਸਿਸ ਦੀ ਬਿਮਾਰੀ ਹੋ ਸਕਦੀ ਹੈ, ਜਿਹਨੂੰ ਅਸੀਂ ਸਾਰੀ ਉਮਰ ਸਿਕਰੀ ਕਿਹਾ, ਕਿਉਂਕਿ ਸਿਰ ਤੋਂ ਸ਼ੁਰੂ ਕਰਾਂਗੇ। ਬਿਲਕੁਲ।
ਸਕੈਲਪ ਸੋਰਾਇਸਿਸ ਦੇ ਵਿੱਚ ਕੀ ਹੈ ਕਿ ਜਿਵੇਂ ਸਿਕਰੀ ਦੀ ਚਾਨੇ ਹੁੰਦੇ ਆ, ਮੱਛੀ ਦੇ ਚਾਨੇ ਹੁੰਦੇ ਆ, ਸਿਕਰੀ ਦੇ ਸਕੇਲਿੰਗ ਹੁੰਦੀ ਹੈ, ਉਹ ਝੜਦਾ ਰਹਿੰਦਾ ਸਾਰੀ ਰਾਤ ਤੁਹਾਡਾ ਸਰਾਣਾ ਵੀ ਬਿਸਤਰ ਵੀ ਤੁਹਾਡਾ ਵਾਈਟ ਹੋ ਜਾਂਦਾ। ਅਸੀਂ ਸਿਕਰੀ ਕਹਿ ਕੇ ਗੱਲ ਮੁਕਾ ਦਿੰਦੇ ਆ। ਲੇਕਿਨ ਲਗਾਤਾਰ ਖਾਰਿਸ਼ ਹੋਣੀ, ਜਿਹਨੂੰ ਕਹਿੰਦੇ ਆ ਦੋਵਾਂ ਹੱਥਾਂ ਦੇ ਨਾਲ ਖਾਰਿਸ਼ ਕਰਨੀ, ਔਰ ਸਕੈਲਪ ਦੇ ਵਿੱਚ ਪਿੱਛੇ ਪਿੰਕ ਰੰਗ ਦੇ ਲੀਅਨਸ ਹੁੰਦੇ ਆ, ਜ਼ਿਆਦਾ ਖਾਰਿਸ਼ ਕਰਕੇ ਉੱਥੋਂ ਖੂਨ ਵੀ ਨਿਕਲ ਆਉਂਦਾ ਹੈ। ਇਹ ਸੋਰਾਇਸਿਸ ਹੈ, ਲੇਕਿਨ ਸਪੈਸੀਫਿਕਲੀ ਜੇ ਸਕੈਲਪ ਨਾਲ ਜੁੜੀ ਹੋਈ ਹੈ ਤੇ ਇਹ ਸਕੈਲਪ ਸੋਰਾਇਸਿਸ ਹੈ। ਇਸੇ ਤਰੀਕੇ ਦੇ ਨਾਲ ਅਸੀਂ ਇਹਨੂੰ ਚਮੜੀ ਦੇ ਉੱਤੇ ਹੋਵੇ ਤੇ ਅਸੀਂ ਇਹਨੂੰ ਖੁਸ਼ਕੀ ਦੀ ਬਿਮਾਰੀ ਕਹਿ ਕੇ ਖੁਸ਼ਕੀ ਬੜੀ ਰਹਿੰਦੇ ਆ, ਤੇਲ ਕਰੀਮ ਉਹਦੇ ਲੇਪ ਕਰ ਕਰਕੇ ਅਸੀਂ ਆਪਣੇ ਆਪ ਨੂੰ ਸਮਝਾ ਲੈਂਦੇ ਆ ਕਿ ਇਹ ਖੁਸ਼ਕੀ ਨਾ ਹੋਵੇ, ਪਰ ਉਹ ਖੁਸ਼ਕੀ ਨਹੀਂ ਹੈ। ਜੇ ਉਹਦੇ ਪਿੱਛੇ ਖੁਸ਼ਕੀ ਦੀ ਬਿਮਾਰੀ ਆ, ਚਿੱਟਾ ਚਿੱਟਾ ਸਿਕਰੀ ਵਰਗਾ ਕੁਝ ਨਜ਼ਰ ਆਉਂਦਾ ਹੈ ਤੇ ਖਾਰਿਸ਼ ਕਰਦੇ ਹੋ, ਖਾਰਿਸ਼ ਦੇ ਪਿੱਛੇ ਗੁਲਾਬੀ ਲੀਅਨਸ ਨੇ, ਦਾਗ ਨੇ, ਧੱਬੇ ਨੇ, ਤਾਂ ਇਹਨੂੰ ਖਾਰਿਸ਼ ਨਾ ਸਮਝੋ, ਇਹਨੂੰ ਕੁਝ ਹੋਰ ਨਾ ਸਮਝੋ, ਦਿਸ ਇਜ਼ ਸੋਰਾਇਸਿਸ। ਸੋ ਖੁਸ਼ਕੀ ਵਰਗੀ ਲੱਗੇ, ਸਿਕਰੀ ਦੀ ਤਰ੍ਹਾਂ ਉਹਦੇ ਤੋਂ ਕਰ ਜਾਂ ਚਾਨੇ ਝੜਦੇ ਹੋਣ, ਖਾਰਿਸ਼ ਕਰਦੇ ਹੋ ਪਿੱਛੇ ਗੁਲਾਬੀ ਲੀਅਨ ਰਹਿ ਜਾਣ, ਤਾਂ ਕਈ ਵਾਰੀ ਖਾਰਿਸ਼ ਕਰਕੇ ਜ਼ਖਮ ਹੋ ਜਾਣ, ਉਹ ਠੀਕ ਨਾ ਹੋਣ, ਤੇ ਇਹਨੂੰ ਸਿਕਰੀ ਨਾ ਮੰਨ ਕੇ ਇਹਨੂੰ ਸੋਰਾਇਸਿਸ ਮੰਨ ਲਓ। ਔਰ ਇਹਦਾ ਬਣਦਾ ਉਪਚਾਰ ਜਿਹੜਾ ਕਿ ਪਰਹੇਜ਼ ਦੇ ਵਿੱਚ ਜੁੜਿਆ ਹੋਇਆ ਹੈ, ਔਰ ਉਹਦਾ ਉਪਚਾਰ ਵੀ ਹੈ, ਤੇ ਫਿਰ ਕਦੀ ਨਾ ਤੁਹਾਨੂੰ ਹੋਵੇ, ਉਹ ਸਾਰਾ ਕੁਝ। ਸੋ ਜਿਹਨੂੰ ਅਸੀਂ ਪ੍ਰੀਵੈਂਟਿਵ, ਕਿਊਰੇਟਿਵ ਐਂਡ ਰੀਹੈਬਿਲਿਟੇਟਿਵ ਕਹਿੰਦੇ ਆ। ਬਿਲਕੁਲ ਇਸੇ ਤਰੀਕੇ ਦੇ ਨਾਲ ਐਗਜ਼ੀਮਾ, ਇਹ ਬੜੀਆਂ ਚਰਮ ਰੋਗ ਨੇ ਜਿਹੜੇ, ਇਹ ਸਟਬਰਨ ਬੜੇ ਹੁੰਦੇ ਆ, ਜ਼ਿੱਦੀ ਬੜੇ ਹੁੰਦੇ ਆ। ਇੱਕ ਵਾਰ ਕਿਤੇ ਆ ਜਾਣ ਤੇ ਫਿਰ ਇਹ ਜਾਂਦੇ ਨਹੀਂ। ਇਹਦੇ 'ਚ 60 ਤੋਂ 70% ਤੇ ਸਾਨੂੰ ਫੈਮਿਲੀ ਲਾਈਨ ਤੋਂ ਆ ਜਾਂਦੇ ਆ। ਜਿਨ੍ਹਾਂ ਘਰਾਂ ਦੇ ਵਿੱਚ, ਜਿਨ੍ਹਾਂ ਪਰਿਵਾਰਾਂ ਦੇ ਵਿੱਚ ਛਾਤੀ ਦੇ ਰੋਗ ਹੁੰਦੇ ਆ, ਚਮੜੀ ਦੇ ਰੋਗ ਹੁੰਦੇ ਆ, ਨਹੁੰਾਂ ਦੇ ਰੋਗ ਹੁੰਦੇ ਆ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੱਚਿਆਂ 'ਚ ਆ ਜਾਂਦੇ ਆ ਤੇ ਅੱਗੋਂ ਟਰਾਂਸਲੇਟ ਸ਼ਾਇਦ ਡਿਫਰੈਂਟ ਹੋ ਜਾਂਦੇ ਆ। ਸ਼ਕਲ ਸੂਰਤ ਉਹਦੀ ਹੋਰ ਸੀ। ਸੋ ਜਦੋਂ ਵੀ ਅਸੀਂ ਹਿਸਟਰੀ ਲੈਣੇ, ਪੁੱਛਦੇ ਤੁਹਾਡੀ ਪਰਿਵਾਰ ਦੇ ਵਿੱਚ ਸਾਹ ਦੇ ਰੋਗ ਤੇ ਨਹੀਂ ਸੀ? ਉਹ ਕਹਿੰਦੇ ਜੀ ਮੈਂ ਤਾਂ ਚਮੜੀ ਦੀ ਦਵਾਈ ਲੈਣ ਆਇਆ, ਉਹਦਾ ਇਲਾਜ ਤੁਸੀਂ ਸਾਹ ਨਾਲ ਕਿਉਂ? ਪਰ ਇਹ ਜੁੜੀਆਂ ਹੋਈਆਂ ਚੀਜ਼ਾਂ ਨੇ, ਇੰਟਰਕਨੈਕਟ ਕਰਦੀ ਹੈ। ਯੈਸ। ਸੋ ਜਿੱਥੇ ਕਿਤੇ ਸਾਹ ਦੀ ਪ੍ਰੋਬਲਮ ਹੈ, ਉਹ ਤੁਹਾਡੇ ਬੱਚਿਆਂ 'ਚ ਅੱਗੇ ਜਾ ਕੇ ਸਕਿਨ ਦੀ ਪ੍ਰੋਬਲਮ 'ਚ ਕਨਵਰਟ ਹੋ ਸਕਦੀ ਹੈ। ਕਿਸੇ ਵੇਲੇ ਉਹ ਸਾਹ ਦੀ ਪ੍ਰੋਬਲਮ ਹੈ ਤੇ ਉਹ ਚਮੜੀ 'ਚ ਜਾ ਕੇ ਕਨਵਰਟ ਹੋ ਜਾਂਦੀ ਹੈ, ਤੇ ਕਈ ਵਾਰੀ ਦੋਨੋਂ ਹੀ ਚੀਜ਼ਾਂ। ਓਕੇ। ਭਿਆਨਕ ਗੱਲ ਇਹਦੇ ਵਿੱਚ ਇਹ ਆ ਜਿਹੜੀ ਸਮਝਣ ਵਾਲੀ ਆ ਕਿ ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਚਲੀ ਜਾਂਦੀ ਹੈ। ਕਈ ਵਾਰੀ ਇਹ ਹੁੰਦਾ ਕਿ ਇੱਕ ਪੀੜ੍ਹੀ ਨੂੰ ਨਹੀਂ ਹੁੰਦੀ ਤਾਂ ਉਸ ਤੋਂ ਅਗਲੀ ਪੀੜ੍ਹੀ ਨੂੰ ਜ਼ਰੂਰ ਹੋ ਜਾਂਦੀ ਹੈ। ਕਈ ਵਾਰੀ ਦਾਦਾ ਦਾਦੀ ਦੀ ਬਿਮਾਰੀ ਜਿਹੜੀ ਆ ਉਹ ਅੱਗੇ ਪੀੜ੍ਹੀ ਦੇ ਵਿੱਚ ਬਿਲਕੁਲ ਕਰ ਜਾਂਦੀ ਹੈ, ਕਿਉਂਕਿ ਜੀਨਸ ਕਿੱਥੋਂ ਲਏ ਹੁੰਦੇ ਆ ਤੇ ਅਕਾਲ ਪੁਰਖ ਦੀ ਖੇਡ ਹੈ। ਬਿਲਕੁਲ। ਸੋ ਇਸ ਕਰਕੇ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਦੇ ਤੋਂ ਬਚਣਾ ਕਿਵੇਂ ਆ, ਜੇ ਬਚ ਗਏ ਆ ਤੇ ਇਹਦੇ ਵਿੱਚੋਂ ਬਾਹਰ ਕਿਵੇਂ ਆਉਣਾ ਹੈ, ਤੇ ਇਹ ਕੋਸ਼ਿਸ਼ ਕਰਦੇ ਰਹਿਣਾ ਹੈ ਕਿ ਅਸੀਂ ਸਾਰੀ ਉਮਰ ਆਪਣਾ ਪ੍ਰਬੰਧ ਕਰਨਾ ਤੇ ਆਉਣ ਵਾਲੀ ਜਨਰੇਸ਼ਨ 'ਚ ਨਹੀਂ ਜਾਣ ਦੇਣਾ। ਇਹਦੇ ਲਈ ਸਾਨੂੰ ਆਪ ਉਪਰਾਲੇ ਕਰਨੇ ਪੈਣੇ ਆ। ਇਹਦੇ ਲਈ ਸਾਨੂੰ ਡਾਕਟਰ ਨੇ ਜੋ ਉਪਚਾਰ ਕਰਨਾ, ਪ੍ਰਬੰਧ ਕਰਨਾ, ਉਹ ਕਰੇ, ਲੇਕਿਨ ਬਹੁਤੀ ਜ਼ਿੰਮੇਵਾਰੀ ਸਾਡੀ ਹੈ। ਜਦੋਂ ਮੈਂ ਕਹਿਣਾ ਹੁੰਦਾ ਕਿ ਲੈਟ ਅਸ ਨਾਟ ਫਾਲ ਸਿਕ, ਆਓ ਬਿਮਾਰ ਨਾ ਹੋਈਏ। ਸੋ ਉਹ ਤਾਂ ਹੀ ਆ ਜੇ ਅਸੀਂ ਸੋਝੀ ਦੇਵਾਂਗੇ, ਜੇ ਅਸੀਂ ਗਿਆਨ ਦਾ ਪ੍ਰਚਾਰ ਕਰਾਂਗੇ, ਜੇ ਅਸੀਂ ਟੀਚ ਕਰਾਂਗੇ, ਪ੍ਰੀਚ ਕਰਾਂਗੇ, ਪ੍ਰੋਪਗੇਟ ਕਰਾਂਗੇ ਕਿ ਆਹ ਚੀਜ਼ਾਂ ਨੇ। ਸਾਡਾ ਅਲਟੀਮੇਟ ਮਕਸਦ ਹੈ ਬਿਮਾਰ ਨਾ ਹੋਈਏ। ਇਹ ਜਿੰਨੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਹੈਗਾ ਬਿਮਾਰ ਨਾ ਹੋਈਏ, ਸਾਨੂੰ ਡਾਕਟਰ ਦੀ ਤੇ ਦਵਾਈਆਂ ਦੀ ਜ਼ਰੂਰਤ ਨਾ ਪਵੇ, ਲੇਕਿਨ ਸਾਨੂੰ ਜਾਗਰੂਕ ਹੋਣਾ ਪਏਗਾ। ਅੱਜ ਜਾਗਰੂਕ ਨਹੀਂ ਹੋ ਰਹੇ ਅਸੀਂ ਕੀ ਕਰਦੇ ਹਾਂ, ਹਾਂ ਠੀਕ ਹੈ ਦਵਾਈ ਕਿਹੜੀ ਬਹੁਤ ਵਧੀਆ ਹੈ ਤੇ ਡਾਕਟਰ ਕਿਹੜਾ ਸਿਆਣਾ। ਉਹ ਭਈ ਇਸ ਤੋਂ ਪਹਿਲਾਂ ਦੀਆਂ ਵੀ ਸਟੇਜਸ ਹੈਗੀਆਂ, ਡਾਕਟਰ ਤੱਕ ਨੌਬਤ ਕਿਉਂ ਆਈ? ਤੁਸੀਂ ਆਪ ਜ਼ਿੰਮੇਵਾਰ ਸੀ। ਬਿਲਕੁਲ। ਦਵਾਈਆਂ ਨੂੰ ਸਲਾਉਣ ਦੀ ਬਜਾਏ ਤੁਸੀਂ ਆਪਣੇ ਅੰਦਰ ਉਹ ਸਲਾਹੀਅਤ ਪੈਦਾ ਕਰੋ ਕਿ ਤੁਸੀਂ ਬਿਮਾਰ ਨਾ ਹੋਵੋ। ਸੋ ਮੈਂ ਗੱਲ ਕਰ ਰਿਹਾ ਸੀ ਚਰਮ ਰੋਗ ਦੀ, ਜਿਹਦੇ 'ਚ ਅਸੀਂ ਸੋਰਾਇਸਿਸ ਦੀ ਗੱਲ, ਇਸੇ ਤਰ੍ਹਾਂ ਐਗਜ਼ੀਮਾ ਜੀ। ਐਗਜ਼ੀਮਾ ਵੀ ਬਹੁਤ ਭਿਆਨਕ ਤੇ ਸਟਬਰਨ ਹੈ, ਜ਼ਿੱਦੀ ਆ। ਇਹ ਕਿਤੇ ਆ ਜਾਏ ਤੇ ਫਿਰ ਜਾਂਦਾ ਨਹੀਂ, ਤੇ ਬਹੁਤੀ ਵਾਰੀ ਮੈਂ ਦੱਸਿਆ ਕਿ ਇਹ ਪਰਿਵਾਰ ਦੇ ਵਿੱਚੋਂ ਜੈਨੇਟਿਕਸ ਦੇ ਨਾਲ ਜੁੜੀ ਹੋਈ ਚੀਜ਼ ਹੈ। ਸਾਡੇ ਕੋਲ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਹੁੰਦਾ ਐਗਜ਼ੀਮਾ। ਇਸ ਵੇਲੇ ਭਿਆਨਕ ਤੇ ਇਹੀ ਹੋ ਰਹੀ ਹੈ, ਜੁਵੇਨੀਲ ਹੈ, 3 ਮਹੀਨੇ ਦਾ ਬੱਚਾ, ਉਹਨੂੰ ਸੋਰਾਇਸਿਸ ਹੋ ਗਿਆ ਹੈ ਨਾ। ਡਾਕਟਰ ਕੋਲ ਜਾਂਦੇ ਹੋ ਮੋਟੇ ਤੌਰ ਤੇ ਹਾਂ ਐਗਜ਼ੀਮਾ ਹੋ ਗਿਆ, ਜਦੋਂ ਕਿ ਉਹ ਸੋਰਾਇਸਿਸ ਇਸ ਵੇਲੇ ਜ਼ਿਆਦਾ ਹੋ ਰਿਹਾ, ਐਗਜ਼ੀਮਾ ਘੱਟ ਹੈ।
ਐਗਜ਼ੀਮੇ ਦੀ ਪਛਾਣ ਹੁੰਦੀ ਹੈ ਕਿ ਉਹਦੇ ਵਿੱਚ ਜਿਵੇਂ ਪਿੱਛੇ ਪਿੰਕ ਲੀਜਨਸ ਨੇ ਜੀ, ਸਿੱਕਰੀ ਦੀ ਤਰ੍ਹਾਂ ਕਰ ਉਤਰਦੀ ਹੈ, ਇਹਦੇ ਪਿੱਛੇ ਕ੍ਰੈਕਸ ਆ ਜਾਂਦੇ ਆ, ਊਜ਼ ਵੀ ਕਰਨ ਲੱਗ ਜਾਂਦਾ ਹੈ, ਲੇਕਿਨ ਪਿੱਛੇ ਜਿਹੜੇ ਦਾਗ ਨੇ ਉਹ ਕਾਲੇ ਹੁੰਦੇ ਆ। ਕਈ ਵਾਰੀ ਚਿਹਰੇ ਤੇ ਆ ਜਾਂਦਾ, ਲਿਪਸ ਦੇ ਜਿਹੜੇ ਐਂਡਸ ਨੇ ਕ੍ਰੈਕਸ ਇੱਥੇ ਆ ਜਾਂਦੇ ਆ, ਕ੍ਰੈਕਸ ਇਹਦੇ ਚ ਆਉਂਦੇ ਆ ਔਰ ਪਿੱਛੇ ਜਿਹੜੇ ਦਾਗ ਨੇ ਉਹ ਕਾਲੇ ਰਹਿ ਜਾਂਦੇ ਆ। ਤੁਸੀਂ ਕਰੀਮਾਂ ਲਾਈਆਂ, ਤੁਸੀਂ ਇਲਾਜ ਕੀਤਾ, ਬੈਠ ਗਿਆ, ਸੌਂ ਗਿਆ, 6 ਮਹੀਨੇ ਬਾਅਦ ਫਿਰ ਉੱਠ ਪਿਆ। ਸੋ ਇਹ ਰੂਟ ਆਊਟ ਕਰਨਾ ਇਹਨੂੰ ਸਭ ਤੋਂ ਵੱਡਾ ਮਕਸਦ ਹੈ। ਉਹ ਜਿੰਨੀ ਦੇਰ ਤੱਕ ਸਾਡੀ ਆਪਣੀ ਸ਼ਮੂਲੀਅਤ ਉਸ ਟ੍ਰੀਟਮੈਂਟ 'ਚ ਨਹੀਂ ਹੋਏਗੀ, ਅਸੀਂ ਉਹਦਾ ਪ੍ਰਬੰਧ ਨਹੀਂ ਕਰ ਸਕਦੇ। ਇਕੱਲਾ ਡਾਕਟਰ ਦੀਆਂ ਗੋਲੀਆਂ, ਕੈਪਸੂਲ ਤੇ ਕਰੀਮਾਂ ਨਹੀਂ ਮੈਨੇਜ ਕਰ ਸਕਦੀਆਂ ਜਿੰਨੀ ਦੇਰ ਤੱਕ। ਔਰ ਆਪਸੀ ਸੋਝੀ ਪੈਦਾ ਕਰਨ ਵਾਸਤੇ, ਆਪਣੇ ਅੰਦਰ ਚਿੰਤਨ ਕਰਨ ਵਾਸਤੇ ਸਾਨੂੰ ਇਹਦੇ ਕਾਰਨਾਂ ਦਾ, ਇਹਦੀਆਂ ਅਲਾਮਤਾਂ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਤੇ ਵੇਲੇ ਸਾਨੂੰ ਉਪਚਾਰ ਕਰਨਾ ਚਾਹੀਦਾ। ਇਸੇ ਤਰੀਕੇ ਦੇ ਨਾਲ ਸਾਡੇ ਕੋਲ ਦੇਸੀ ਲੈਂਗੁਏਜ ਦੇ ਵਿੱਚ ਇਹ ਧੱਦਰਾਂ ਹੋ ਗਈਆਂ ਜੀ, ਇਹ ਲੂਤਾਂ ਹੋ ਗਈਆਂ ਜੀ, ਗੋਲ ਗੋਲ ਕਾਇਨ ਵਰਗਾ ਆ, ਅੰਦਰੋਂ ਠੀਕ ਹੁੰਦਾ ਜਾਏਗਾ, ਵਾਲ ਉੱਡਦੇ ਜਾਣਗੇ, ਵਾਲਚਰ ਹੋ ਗਿਆ ਜੀ, ਜਿਹਦੇ ਹੋ ਗਈਆਂ ਜੀ, ਹਾਂ ਧੱਦਰਾਂ ਹੋ ਗਈਆਂ, ਲੂਤਾਂ ਹੋ ਗਈਆਂ, ਵਾਲਚਰ ਹੋ ਗਈ, ਕਾਇਨ ਦੀ ਤਰ੍ਹਾਂ ਦਾੜੀ ਦੇ ਵਿੱਚੋਂ, ਸਿਰ ਦੇ ਵਿੱਚੋਂ ਵਾਲ ਉੱਡ ਗਏ, ਵਿੱਚ ਛੋਟਾ ਜਿਹਾ ਗੰਜ ਪੈ ਗਿਆ, ਇਹ ਨਾ ਲਿਸ਼ਕਦਾ ਹੈ। ਉੱਥੇ ਇੱਕ ਖਾਸ ਕਿਸਮ ਦਾ ਕੀੜਾ ਹੁੰਦਾ ਹੈ ਜਿਹੜਾ ਕਿ ਆ 4 ਚੁਫੇਰਿਓਂ ਵਾਲ ਕੱਟ ਕੇ ਖਾਈ ਜਾਂਦਾ, ਪਿੱਛੇ ਪਲੇਨ ਕਰੀ ਜਾਂਦਾ। ਉਹਨੂੰ ਸਾਡੀ ਦੇਸੀ ਲੈਂਗੁਏਜ ਦੇ ਵਿੱਚ ਇਹ ਜਿਹੜੀ ਤੁਸੀਂ ਕਹਿ ਧੱਦਰਾਂ ਕਹਿਤਾ, ਲੂਤਾਂ ਕਹਿਤਾ, ਵਾਰਸਰ ਕਹਿਤਾ, ਇਹ ਸਾਡੀਆਂ ਬਿਮਾਰੀਆਂ ਨੇ ਜਿਹੜੀਆਂ ਸਾਡੀ ਚਮੜੀ 'ਚ ਤੇ ਸਕੈਲਪ ਜਾਂ ਬੀਅਰਡ ਦੇ ਵਿੱਚ ਦਾੜੀ ਰੱਖੀ ਹੁੰਦੀ ਹੈ ਉੱਥੇ ਆ ਜਾਂਦੀ ਹੈ। ਜਿਹੜੇ ਕਲੀਨ ਸ਼ੇਵ ਕਰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜਿਨ੍ਹਾਂ ਦਾੜੀ ਰੱਖੀ ਹੈ ਉਹਨਾਂ ਨੂੰ ਬਹੁਤ ਵੱਡਾ। ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਕਾਇਨ ਹੈ, ਉਹ 2 ਕਾਇਨ 3 ਕਾਇਨ ਇਸ ਤਰ੍ਹਾਂ ਦੇ ਚੱਕਰ 2 3 4 ਸਰਕਲ ਰਲ ਕੇ ਉਹ ਬਾਲਡਨੈਸ ਹੀ ਕਰ ਦਿੰਦੇ, ਸਾਰਾ ਸਿਰ ਖਾਲੀ, ਵਾਲ ਹੀ ਚਲੇ ਗਏ, ਪਰਵੱਟੇ ਤੱਕ ਚਲੇ ਗਏ, ਇੱਥੋਂ ਤੱਕ ਵੀ ਨੌਬਤ ਆ ਜਾਂਦੀ ਹੈ। ਸੋ ਸਾਨੂੰ ਇਸੇ ਤਰੀਕੇ ਦੇ ਨਾਲ ਇੱਕ ਹਾਈਵਸ ਹੁੰਦੇ ਆ, ਧੱਫੜ ਜੇ ਨਿਕਲ ਆਉਂਦੇ ਆ। ਸੋ ਉਹ ਸਾਰੀਆਂ ਦੀਆਂ ਸਾਰੀਆਂ ਬਿਮਾਰੀਆਂ ਸ਼ੁਰੂ 'ਚ ਸਾਨੂੰ ਲੱਛਣ ਦਿੰਦੀਆਂ ਨੇ, ਸਿੰਪਟਮਸ ਦਿੰਦੀਆਂ। ਸਾਨੂੰ ਉਸੇ ਵੇਲੇ ਜਾਗਰੂਕ ਹੋ ਜਾਣਾ ਚਾਹੀਦਾ ਹੈ ਕਿ ਹੁਣ ਸਾਨੂੰ ਇਹਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਹ ਫਿਰ ਲੰਬਾ ਚਲੀਆਂ ਜਾਂਦੀਆਂ, ਵਿਗੜ ਜਾਂਦੀਆਂ, ਫਿਰ ਕਾਬੂ ਨਹੀਂ ਆਉਂਦੀਆਂ। ਕਿਉਂਕਿ ਕਈ ਵਾਰੀ ਜਿਵੇਂ ਤੁਸੀਂ ਧੱਫੜਾਂ ਦੀ ਗੱਲ ਕੀਤੀ ਹੈ, ਧੱਫੜ ਹੋ ਜਾਂਦੇ ਆ ਪਰ ਉਹ ਰਾਤ ਨੂੰ ਸਹੀ ਹੋ ਜਾਂਦੇ ਆ, ਸਵੇਰ ਹੋ ਜਾਂਦੇ ਆ, ਜਾਂ ਸਵੇਰੇ ਹੁੰਦੇ ਆ ਰਾਤ ਨੂੰ ਸਹੀ ਹੋ ਜਾਂਦੇ ਆ। ਕਈਆਂ ਨੂੰ ਇਸ ਤਰ੍ਹਾਂ ਦੇ ਕਿਸੇ ਵੇਲੇ ਨਹਾਉਣ ਨਾਲ ਹੋ ਜਾਂਦੇ ਆ, ਕਿਸੇ ਵੇਲੇ ਠੰਡ 'ਚ ਹੋ ਜਾਂਦੇ ਆ, ਕਿਸੇ ਵੇਲੇ ਧੁੱਪ 'ਚ ਹੋ ਜਾਂਦੇ ਆ। ਉਹ ਜਦੋਂ ਵੀ ਟ੍ਰਿਗਰ ਹੁੰਦੇ ਆ, ਸਾਡੇ ਸੈਲਸ ਨੇ ਜਿਹੜੇ, ਉਹ ਕਿਸੇ ਚੀਜ਼ ਤੋਂ ਵੀ ਟ੍ਰਿਗਰ ਹੋ ਸਕਦੇ ਆ। ਉਹ ਸਾਡੇ ਖਾਣ ਪਾਣ ਤੋਂ ਟ੍ਰਿਗਰ ਹੋ ਸਕਦੇ, ਇੱਕਦਮ ਸੇਕ ਪਿਆ, ਇੱਕਦਮ ਠੰਡ ਆਈ, ਠੰਡ ਤੋਂ ਗਰਮ, ਗਰਮ ਤੋਂ ਠੰਡ, ਉਹ ਟ੍ਰਿਗਰ ਹੋ ਜਾਂਦੇ ਨੇ। ਤੇ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਖਾਸ ਕਿਸਮ ਦੀ ਬਿਮਾਰੀ ਹੈ ਦਾ ਅਸੀਂ ਪ੍ਰਬੰਧ ਕਿਵੇਂ ਕਰੀਏ। ਹੁਣ ਮੈਂ ਇਹ ਕਹਿਣਾ ਹੈ ਕਿ ਲੈਟ ਯੂਅਰ ਫੂਡ ਬੀ ਯੂਅਰ ਮੈਡੀਸਨ। ਤੁਹਾਡੀ ਦਵਾਈ ਤੁਹਾਡੇ ਭੋਜਨ 'ਚ ਹੋਵੇ, ਪਹਿਲੀ ਸਟੇਜ ਇਹ ਆ। ਇਸ ਤੋਂ ਵੀ ਪਹਿਲੀ ਸਟੇਜ ਹੈ ਕਿ ਲੈਟ ਅਸ ਨਾਟ ਫਾਲ ਸਿਕ, ਆਓ ਬਿਮਾਰੀ ਨਾ ਹੋਈਏ। ਹਰ ਤਰ੍ਹਾਂ ਦਾ ਚਰਮ ਰੋਗ, ਔਰ ਇਹਦੇ ਨਾਲ ਹੀ ਅਸੀਂ ਆਉਣ ਵਾਲੇ ਸਮੇਂ 'ਚ ਜੇ ਸਾਹ ਦੀਆਂ ਗੱਲਾਂ ਕਰਾਂਗੇ, ਸਾਹ ਦੀਆਂ ਬਿਮਾਰੀਆਂ, ਛਾਤੀ ਦੇ ਰੋਗਾਂ ਦੀ ਗੱਲ ਕਰਾਂਗੇ, ਉੱਥੇ ਵੀ ਇਹ ਸਾਰੀਆਂ ਚੀਜ਼ਾਂ ਜੁੜ ਜਾਣੀਆਂ ਨੇ। ਸੋ ਇਸ ਕਰਕੇ ਜੇ ਤੁਸੀਂ ਚਰਮ ਰੋਗ ਤੋਂ ਪੀੜਤ ਹੋ ਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਖਾਣ ਪਾਣ ਦੇ ਵਿੱਚ ਸੁਧਾਈ ਕਰ ਲਓ। ਕਿਹੜੇ ਕਾਰਨ ਨੇ? ਸਭ ਤੋਂ ਵਧੀਆ ਕਾਰਨ ਹੈ ਜਿਹਦੇ ਕਰਕੇ ਸਾਡਾ ਖਾਣਾ ਸਵਾਦ ਬਣਦਾ ਆ ਤੇ ਸਾਡੀ ਦ੍ਰਿਸ਼ਟੀ ਨੂੰ, ਸਾਡੇ ਵੇਖਣ ਨੂੰ ਪਲੀਜ਼ ਕਰਦਾ ਹੈ। 2 ਚੀਜ਼ਾਂ ਨੂੰ ਅਸੀਂ ਬੜਾ ਪਲੀਜ਼ ਕਰਦੇ ਹਾਂ, ਇੱਕ ਆਪਣੀਆਂ ਅੱਖਾਂ ਨੂੰ, that is the eye feast, ਔਰ ਦੂਸਰੀ ਸੀ ਸਬਲਿੰਗਲੀ ਟੇਸਟ ਬਡਸ ਨੂੰ, ਸਾਨੂੰ ਸਵਾਦ ਬੜਾ ਅੱਛਾ ਹੈ। ਪੀਜ਼ਾ ਸਾਨੂੰ ਕਿਉਂ ਚੰਗਾ ਲੱਗਦਾ ਹੈ, ਬ੍ਰੈਡ ਬੇਕਰੀ ਸਾਨੂੰ ਕਿਉਂ ਚੰਗੀ ਲੱਗਦੀ ਹੈ। ਹੁਣ ਉਹ ਸਾਰੀ ਦੁਨੀਆ ਖਾਏ, ਮੈਂ ਵੀ ਖਾਵਾਂ, ਤੁਸੀਂ ਵੀ ਖਾਓ, ਪਰ ਜਿਹੜਾ ਵੀ ਸਾਹ ਦੇ ਰੋਗਾਂ ਤੋਂ ਪੀੜਤ ਹੈ, ਸਕਿਨ ਦੇ ਰੋਗਾਂ ਤੋਂ ਪੀੜਤ ਹੈ, ਉਹਨੂੰ ਸੋਚਣਾ ਪਏਗਾ। ਉਹਦੇ ਵਾਸਤੇ ਰੈਸਟ੍ਰਿਕਸ਼ਨਸ ਨੇ, ਉਹਦੇ ਵਾਸਤੇ ਪਰਹੇਜ਼ ਹੈ, ਤੇ ਪਰਹੇਜ਼ ਬਹੁਤ ਹੀ ਇੰਪੋਰਟੈਂਟ ਹੈ, ਜਿਹੜਾ ਮਾਡਰਨ ਸਾਇੰਸਿਸ ਦੇ ਡਾਕਟਰ ਜਾਂ ਟ੍ਰੀਟਮੈਂਟ ਮੰਨਦੇ ਨਹੀਂ, ਕਰ ਨਹੀਂ ਰਹੇ, ਉਹਦੀ ਪ੍ਰੈਕਟਿਸ ਨਹੀਂ ਕਰ ਰਹੇ। ਅਸੀਂ ਪਰਹੇਜ਼ ਦੇ ਉੱਤੇ ਬਹੁਤ ਜ਼ੋਰ ਦਿੰਦੇ ਜੀ ਕਿ ਤੁਸੀਂ ਆਪਣਾ ਇਲਾਜ ਆਪ ਵੀ ਤੇ ਕੰਟਰੀਬਿਊਟ ਕਰੋ ਨਾ, ਸਾਰਾ ਕੁਝ ਡਾਕਟਰ ਤੇ ਨਾ ਸੁੱਟ ਦਿਓ। ਸੋ ਉਹਦੇ ਵਿੱਚ ਪਹਿਲੀ ਗੱਲ ਆਉਂਦੀ ਹੈ ਕਿ ਜਿੱਥੇ ਕਿਤੇ ਖਮੀਰ ਵਰਤਿਆ ਜਾਂਦਾ, ਯੀਸਟ ਵਰਤਿਆ ਜਾਂਦਾ ਹੈ, ਚਾਹੇ ਉਹ ਬੇਕਰੀ ਹੈ, ਚਾਹੇ ਉਹ ਪੀਜ਼ਾ ਹੈ,
ਚਾਹੇ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਫੰਗਸ ਰਿਟੇਨ ਹੋ ਜਾਂਦੀ ਹੈ, ਜਿਵੇਂ ਖੁੰਬਾਂ, ਉਹਦੀ ਨਿਊਟ੍ਰੀਸ਼ਨਲ ਵੈਲਿਊ ਬਹੁਤ ਵਧੀਆ, ਉਹ ਇੱਕ ਕਿਸਮ ਦੀ ਫੰਗਸ ਹੈ, ਲੇਕਿਨ ਸਾਹ ਦੇ ਰੋਗਾਂ ਨੂੰ, ਚਰਮ ਰੋਗਾਂ ਦੇ ਵਿੱਚ ਸਟ੍ਰਿਕਟਲੀ ਪ੍ਰੋਹਿਬਿਟਡ ਹੈ, ਉਹ ਨਹੀਂ ਯੂਜ਼ ਕਰਨੀ। ਇਸੇ ਤਰੀਕੇ ਦੇ ਨਾਲ ਡਰਾਈ ਫਰੂਟਸ ਹੁਣ ਬਹੁਤ ਨਿਊਟ੍ਰੀਸ਼ੀਅਸ ਹੈ। ਬੜੀਆਂ ਦਵਾਈਆਂ ਅਸੀਂ ਆਉਣ ਵਾਲੇ ਸਮੇਂ 'ਚ ਜਦੋਂ ਗੱਲਾਂ ਕਰਾਂਗੇ ਤੇ ਉਹਦੇ ਵਿੱਚ ਸਾਰੇ ਡਰਾਈ ਫਰੂਟਸ ਯੂਜ਼ ਹੁੰਦੇ, ਅੱਜ ਤੋਂ ਨਹੀਂ, ਮੁੱਢ ਕਦੀਮ ਤੋਂ ਯੂਜ਼ ਹੁੰਦੇ ਆ ਰਹੇ ਹੈ ਜੀ। ਲੇਕਿਨ ਜਿੱਥੇ ਕਿਤੇ ਚਰਮ ਰੋਗ ਹੈ ਉੱਥੇ ਸਾਨੂੰ ਉਹਦੇ ਤੋਂ ਕੁਝ ਦੇਰ ਵਾਸਤੇ ਪਰਹੇਜ਼ ਕਰਨਾ ਪਏਗਾ, ਜਿੰਨੀ ਦੇਰ ਤੱਕ ਅਸੀਂ ਤੰਦਰੁਸਤ ਨਹੀਂ ਹੋ ਜਾਂਦੇ, ਠੀਕ ਕੰਡੀਸ਼ਨ 'ਚ ਨਹੀਂ ਆ ਜਾਂਦੇ। ਕਿਉਂਕਿ ਡਰਾਈ ਫਰੂਟਸ ਤੁਸੀਂ ਮੂੰਗਫਲੀ ਖਾ ਲਓ, ਜਦੋਂ ਖੋਲੋਗੇ ਉਹਦੇ 'ਚ ਫੰਗਸ ਲੱਗੀ ਹੁੰਦੀ ਹੈ, ਸਾਨੂੰ ਸਵਾਦ ਵੀ ਆ ਜਾਂਦਾ ਹੈ ਕਿ ਇਹ ਸਵਾਦ ਚੰਗਾ ਨਹੀਂ, ਉਹਦੇ ਅੰਦਰ ਬਰੀਕ ਕਾਲੀ ਜੀ ਲੇਅਰ ਹੁੰਦੀ ਹੈ, ਸਾਨੂੰ ਸਵਾਦ ਆ ਜਾਂਦਾ ਹੈ ਚੰਗੀ ਨਹੀਂ, ਜਿਹੜੀ ਪੁਰਾਣੀ ਮੂੰਗਫਲੀ ਹੋਵੇ। ਇਸੇ ਤਰੀਕੇ ਦੇ ਨਾਲ ਅਖਰੋਟ ਕਿਤੇ ਪੁਰਾਣੇ ਹੋਏ ਹੁਣ, ਸਾਨੂੰ ਸਮੈਲ ਵੀ ਆ ਜਾਂਦੀ ਹੈ, ਸਾਨੂੰ ਟੇਸਟ ਵੀ ਆ ਜਾਂਦਾ, ਉਹਦੇ 'ਚ ਉਹ ਫੰਗਸ ਹੈ। ਇਸੇ ਤਰ੍ਹਾਂ ਬਦਾਮ ਨੇ, ਉਹਦੇ ਛਿਲਕੇ ਦੇ ਵਿੱਚ ਗਰੂਵਸ ਬਣੀਆਂ ਹੁੰਦੀਆਂ, ਉੱਥੇ ਫੰਗਸ ਰਹਿ ਜਾਂਦੀ ਹੈ, ਕਿਉਂਕਿ ਜਿੱਥੋਂ ਇਹ ਡਰਾਈ ਫਰੂਟਸ ਆਉਂਦੇ ਨੇ ਉੱਥੇ ਦੀਆਂ ਕਲਾਈਮੇਟਿਕ ਕੰਡੀਸ਼ਨਸ ਠੀਕ ਹੋਣਗੀਆਂ। ਜਦੋਂ ਲੰਬਾ ਸਮਾਂ ਅਸੀਂ ਸਟੋਰ ਕਰਦੇ ਹਾਂ ਵਿਦਆਊਟ ਕੋਲਡ ਸਟੋਰੇਜ ਕਰਦੇ ਹਾਂ ਤੇ ਇਹਦੇ ਵਿੱਚ ਫੰਗਸ ਆਪਣੇ ਆਪ ਡਿਵੈਲਪ ਹੋ ਜਾਂਦੀ ਹੈ, ਬਾਹਰੋਂ ਨਹੀਂ ਕਿਤੋਂ ਆਉਂਦੀ। ਸੋ ਇਸ ਕਰਕੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਤੁਹਾਡੇ ਘਰ 'ਚ ਵੀ ਅਗਰ ਕੋਈ ਡਰਾਈ ਫਰੂਟਸ ਆਉਂਦੇ ਨੇ ਇਨਕਲੂਡਿੰਗ ਮੂੰਗਫਲੀ, ਤੇ ਬੀ ਵੇਅਰ ਆਫ ਕਿ ਉਹ ਪੁਰਾਣੀ ਨਾ ਹੋਵੇ। ਟੇਸਟ ਦੱਸ ਦੇਗਾ, ਜੇ ਟੇਸਟ ਨਹੀਂ ਚੰਗਾ ਤੇ ਉਹਨੂੰ ਸੁੱਟ ਦਿਓ, ਉਹਨੂੰ ਡਸਟਬਿਨ 'ਚ ਸੁੱਟੋ, ਉਹ ਬੱਚਿਆਂ ਤੱਕ ਤੇ ਨਾ ਜਾਵੇ। ਸਾਨੂੰ ਇਹਦੇ ਬਾਰੇ ਸੋਚ ਕੇ ਰੱਖਣਾ ਪਏਗਾ। ਸੋ ਜੇ ਕਿਤੇ ਬਦਾਮ ਖਾਣੇ ਵੀ ਅਸੀਂ, ਬਾਕੀ ਚੀਜ਼ਾਂ ਨੂੰ ਅਸੀਂ ਭਿਉਂ ਕੇ ਉਹਦਾ ਛਿਲਕਾ ਨਹੀਂ ਲਾ ਸਕਦੇ ਡਰਾਈ ਫਰੂਟਸ ਦੇ ਵਿੱਚ, ਲੇਕਿਨ ਬਦਾਮ ਨੂੰ ਭਿਉਂ ਕੇ ਉਹਦਾ ਛਿਲਕਾ ਲਾ ਸਕਦੇ ਜਦੋਂ ਸੇਫ ਹੋ ਜਾਂਦੇ, ਖਾਸ ਕਰਕੇ ਉਹ ਜਿਹੜੇ ਚਮੜੀ ਦੇ ਰੋਗਾਂ ਤੋਂ ਪੀੜਤ ਨੇ ਜੀ, ਉਹ ਇਹਦਾ ਪਰਹੇਜ਼ ਕਰਨਗੇ, ਉਹਦਾ ਛਿਲਕਾ ਉਤਾਰ ਕੇ। ਬਾਕੀ ਡਰਾਈ ਫਰੂਟਸ ਚਾਹੇ ਉਹ ਕਿਸੇ ਕਿਸਮ ਦੇ ਮਗਜ਼ ਹੋਣ ਜਾਂ ਨਟਸ ਹੋਣ ਜਾਂ ਰੂਟੀਨ ਡਰਾਈ ਫਰੂਟਸ ਜਿਹੜਾ ਖਾਂਦੇ ਆ, ਇਹਨਾਂ ਤੋਂ ਸਾਨੂੰ ਪਰਹੇਜ਼ ਕਰਨਾ ਪਏਗਾ। ਨੰਬਰ 2, ਤੀਸਰਾ ਕਿ ਕੋਸ਼ਿਸ਼ ਕਰੋ ਜਿਹੜੇ ਚਰਮ ਰੋਗ ਜਾਂ ਸਾਹ ਦੇ ਰੋਗਾਂ ਤੋਂ ਪੀੜਤ ਨੇ, ਜਿੱਥੇ ਕਿਤੇ ਆਰਟੀਫੀਸ਼ੀਅਲ ਟੇਸਟ ਐਡ ਕੀਤਾ ਹੋਇਆ ਫੂਡ ਦੇ ਵਿੱਚ, ਬਹੁਤ ਸਾਰੇ ਟੇਸਟ ਐਨਹੈਂਸਰ ਯੂਜ਼ ਹੁੰਦੇ ਆ। ਗੂਗਲ ਜਾ ਕੇ ਕਰੋਗੇ ਆਰਟੀਫੀਸ਼ੀਅਲ ਟੇਸਟ ਐਨਹੈਂਸਰਸ ਦੀ ਬੜੀ ਲਿਸਟ ਆ ਜਾਏਗੀ, ਨੰਬਰ ਆ ਜਾਣਗੇ 604, 645, 629, so on and so forth। ਓਕੇ, ਉਹ ਮੈਨ ਮੇਡ ਨੇ, ਉਹਦੇ ਤੋਂ ਸਾਨੂੰ ਬਚਣਾ ਪਏਗਾ। ਆਰਟੀਫੀਸ਼ੀਅਲ ਕਲਰਸ ਜਿਹੜੇ ਅਸੀਂ ਭੋਜਨ ਨੂੰ ਖੂਬਸੂਰਤ ਬਣਾਉਣ ਲਈ, ਦੇਖਣ 'ਚ ਚੰਗਾ ਲੱਗੇ ਸਾਨੂੰ ਜੀ, ਬਹੁਤ ਵਾਰੀ ਦੇਖਿਆ ਹੁਣ ਅੱਜ ਕੱਲ੍ਹ ਬੱਚੇ ਦਾ ਕੇਕ ਬਣਦਾ ਹੈ ਜਾਂ ਅਸੀਂ ਜਰਦਾ ਬਣਾਉਂਦੇ ਆ। ਜਰਦਾ ਤਾਂ ਜ਼ਰਦੇ ਤੋਂ, ਜ਼ਰਦਾ ਮੀਨਸ ਕੇਸਰ, ਉਹ ਕੇਸਰ ਦਾ ਰੰਗ ਹੁੰਦਾ ਸੀਗਾ ਤੇ ਅਸੀਂ ਉਹਦਾ ਨਾਂ ਜਰਦਾ ਪਾਤਾ। ਲੇਕਿਨ ਅੱਜ ਕੱਲ੍ਹ ਉਹਦੇ ਵਿੱਚ ਜਿਹੜੇ ਲੋਕ ਹਲਦੀ ਪਾ ਲਏ ਨੇ ਉਹ ਸਿਆਣੇ ਨੇ ਉਹਨੂੰ ਕਲਰ ਦੇਣ ਵਾਸਤੇ, ਤੇ ਜਿਹੜੇ ਲੋਕ ਬਾਜ਼ਾਰੋਂ ਖਰੀਦ ਕੇ ਲਾਲ ਪੀਲਾ ਰੰਗ ਯੂਜ਼ ਕਰਦੇ ਨੇ ਉਹ ਪੋਇਜ਼ਨ ਖਾ ਰਹੇ ਆ। ਸੋ ਆਰਟੀਫੀਸ਼ੀਅਲ ਫੂਡ ਕਲਰਸ ਜਿਹੜੇ ਹੁੰਦੇ ਆ, ਸਮੈਲ ਜੀ, ਬਹੁਤ ਸਾਰੀਆਂ ਅਸੀਂ ਬਣਾਈਆਂ, ਅਸੀਂ ਬਾਡੀ ਲਈ ਵੀ ਯੂਜ਼ ਕਰਦੇ ਹਾਂ, ਪਰ ਉਹ ਹਾਨੀਕਾਰਕ ਨੇ। ਅਗਰ ਅਸੀਂ ਫੂਡ ਨੂੰ ਟੇਸਟ ਬਣਾਉਣ ਵਾਸਤੇ ਉੱਥੇ ਕਿਤੇ ਅਸੀਂ ਐਡ ਕਰਦੇ ਹਾਂ, ਉਹ ਵੀ ਡੇਂਜਰਸ ਹੈ। ਸੋ ਟੇਸਟ ਐਨਹੈਂਸਰਸ, ਕਲਰਸ, ਖੁਸ਼ਬੂਆਂ, ਅਗਰ ਇਹਨਾਂ ਚੀਜ਼ਾਂ ਤੋਂ ਆਰਟੀਫੀਸ਼ੀਅਲ ਅਸੀਂ ਵਿਡਰਾ ਕਰ ਲਈਏ ਤੇ ਅਸੀਂ ਬਹੁਤ ਵੱਡੀ ਆਪਣੀ ਮਦਦ ਕਰ ਰਹੇ ਹੋਵਾਂਗੇ। ਜਿੱਥੋਂ ਤੱਕ ਸਾਡੇ ਕੋਲ ਸਕਿਨ ਦੀਆਂ ਪ੍ਰੋਬਲਮਸ ਨੇ, ਸਾਹ ਦੀਆਂ ਪ੍ਰੋਬਲਮ ਨੇ, ਬਲਕਿ ਮੈਂ ਤੇ ਇਹ ਕਹਾਂਗਾ ਕਿ ਇਹ ਤਿੰਨੇ ਚੀਜ਼ਾਂ ਸਾਡੇ ਕੋਲ ਕੈਂਸਰ ਦੇ ਰੋਗੀ ਬਣਾਉਣ ਦੇ ਵਿੱਚ ਇਹਨਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਹੈ। ਕਿੱਦਾਂ ਛੱਡੀਏ ਇਹਨਾਂ ਨੂੰ? ਕੀ ਜ਼ਰੂਰਤ ਹੈ ਸਾਨੂੰ? ਅੱਖਾਂ ਨੂੰ ਪਲੀਜ਼ ਕਰੇ ਲਾਲ ਪੀਲਾ ਨੀਲਾ ਹਰਾ, ਕਿਉਂ? ਜੇ ਕਲਰਸ ਪਾਉਣੇ ਹੀ ਨੇ ਤੇ ਸਾਡੇ ਕੋਲ ਨੇਚਰ ਦੇ ਵਿੱਚ ਬਹੁਤ ਕਲਰਸ ਹੈਗੇ। ਬਹੁਤ ਵਾਰੀ ਅਸੀਂ ਹਰਾ ਰੰਗ ਪਾਉਣਾ ਤੇ ਤੁਸੀਂ ਉਹਦੇ 'ਚ ਲੀਫੀ ਵੈਜੀਟੇਬਲਸ ਯੂਜ਼ ਕਰ ਲਓ ਤੇ ਉਹਦਾ ਗ੍ਰੀਨ ਕਲਰ ਆ ਜਾਏਗਾ। ਜੇ ਤੁਸੀਂ ਔਰੇਂਜ ਕਲਰ ਕਰਨਾ ਤੇ ਤੁਸੀਂ ਹਲਦੀ ਦੀ ਵਰਤੋਂ ਕਰ ਲਓ, ਬਹੁਤ ਖੂਬਸੂਰਤ ਆ ਜਾਏਗਾ। ਇਸੇ ਤਰੀਕੇ ਦੇ ਨਾਲ ਜੇ ਤੁਸੀਂ ਰੈੱਡ ਕਰਨਾ ਹੈ ਤੇ ਸਾਡੇ ਕੋਲ ਚੁਕੰਦਰ ਆ ਜਾਂਦੀ ਹੈ, ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ। ਬੀਟਰੂਟ ਕਹਿੰਦੇ ਆ ਜਿਹਨੂੰ ਅਸੀਂ, ਜਿਹੜਾ ਮਰਜ਼ੀ ਉਹਦਾ ਰੰਗ ਬਣਾ ਲਓ, ਜਿਹੜਾ ਕਿ ਮੈਰੂਨ ਦੇ ਨਾਲ, ਰੈੱਡ ਦੇ ਨਾਲ, ਪਿੰਕ ਦੇ ਨਾਲ ਜੁੜਿਆ ਹੋਇਆ, ਤੁਸੀਂ ਉੱਥੋਂ ਲੈ ਸਕਦੇ ਹੋ। ਸੋ ਪਹਿਲੀ ਗੱਲ ਤੇ ਜ਼ਰੂਰਤ ਨਹੀਂ, ਜੇ ਜ਼ਰੂਰਤ ਹੈ ਤੇ ਕੁਦਰਤੀ ਸਰੋਤਾਂ ਤੋਂ ਲਈਏ ਤੇ ਮੇਰਾ ਖਿਆਲ ਹੈ ਸਾਨੂੰ ਬਹੁਤ ਇਹਦਾ ਫਾਇਦਾ ਹੋ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਦਾ ਤਿਆਗ ਕਰਨਾ ਹੈ।
ਡੱਬਾ ਬੰਦ, ਬੋਟਲ ਬੰਦ, ਪਾਊਚ ਬੰਦ ਪ੍ਰੋਸੈਸਡ ਫੂਡ ਸਾਰਿਆਂ ਲਈ ਨਹੀਂ, ਮੇਰੇ ਲਈ, ਤੁਹਾਡੇ ਲਈ ਨਹੀਂ। ਜਿਹੜੇ ਚਰਮ ਰੋਗਾਂ ਤੋਂ ਪੀੜਤ ਨੇ, ਸਾਹ ਦੇ ਰੋਗਾਂ ਤੋਂ ਪੀੜਤ ਨੇ, ਜੇ ਉਹ ਹਾਲਾਤ ਬਣਾ ਲੈਣ ਕਿ ਇਹਦੇ ਤੋਂ ਬਚਾਅ ਹੋ ਸਕਦਾ, ਘਰ ਦੀ ਰੋਟੀ, ਘਰ ਦੀ ਬਣੀ ਹੋਈ ਚੀਜ਼, ਆਪਣੀ ਰਸੋਈ 'ਚ ਬਣਿਆ ਹੋਇਆ ਸਾਰਾ ਭੋਜਨ ਕਰ ਲੈਣ, ਬਾਕੀ ਤਿਆਗ ਕਰ ਦੇਣ ਜੀ, ਤੇ ਉਹ ਬਹੁਤ ਵੱਡੀ ਆਪਣੀ ਮਦਦ ਕਰ ਰਹੇ ਹੋਣਗੇ। ਸੋ ਇਸ ਕਰਕੇ ਪ੍ਰੋਸੈਸਡ ਫੂਡ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਪਾਏ ਹੋਏ ਨੇ, ਜਿਹੜੇ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੇ ਨੇ। ਅਸੀਂ ਤਾਂ ਅੱਜ ਕੱਲ੍ਹ ਇੱਕ ਕਨਸੈਪਟ ਚੱਲਿਆ ਵਾਈਟ ਪੋਇਜ਼ਨ, ਬੜਾ ਸਹੀ ਉਹਨਾਂ ਨੇ ਲਫ਼ਜ਼ ਕਿਹਾ, ਵਾਈਟ ਪੋਇਜ਼ਨਸ। ਕਹਿੰਦੇ ਵਾਈਟ ਚੀਜ਼ ਜਿਹੜੀ ਵੀ ਤੁਸੀਂ ਖਾ ਰਹੇ ਹੋ ਉਹ ਟੌਕਸਿਕ ਹੈ। ਉਹ ਸਿੱਧੇ ਤੌਰ ਤੇ ਟੌਕਸਿਕ ਨਹੀਂ ਕਿ ਜ਼ਹਿਰ ਹੈ। ਖੰਡ ਨੂੰ ਗੁੜ ਤੋਂ, ਗੰਨੇ ਤੋਂ ਗੁੜ, ਗੁੜ ਤੋਂ ਚੀਨੀ, ਚੀਨੀ ਤੋਂ ਅੱਗੇ ਹਲਵਾਈਆਂ ਕੋਲ ਚਲੀ ਗਈ, 1 ਤਾਰ 2 ਤਾਰ 3 ਤਾਰ ਦੀ ਚਾਣੀ ਪ੍ਰੋਸੈਸ ਕਰਕੇ ਉਹਦੀ ਅਸੀਂ ਸ਼ਕਲ ਇੰਨੀ ਵਿਗਾੜ ਲਈ ਕਿ ਉਹ ਸਾਡੇ ਅੰਦਰ ਕੰਪਲਿਕੇਸ਼ਨਸ ਕਰਨ। ਬਿਲਕੁਲ। ਸੋ ਇਹ ਸਾਡੇ ਕੋਲ ਜਿਹੜੀ ਫੂਡ ਪ੍ਰੋਸੈਸਿੰਗ ਆ ਜਾਂ ਸ਼ੈਲਫ ਲਾਈਫ ਵਧਾਉਣ ਦੇ ਲਈ ਅਸੀਂ ਬੜੇ ਸਾਰੇ ਕੈਮੀਕਲ ਯੂਜ਼ ਕਰਦੇ ਹਾਂ ਕਿ ਲਓ ਜੀ ਇਹਦੇ ਵਿੱਚ ਪ੍ਰੀਜ਼ਰਵੇਟਿਵ ਪਿਆ ਹੋਇਆ ਐਂਡ ਆਲ। ਅਸੀਂ ਪੁਰਾਤਨ ਸਮਿਆਂ ਦੇ ਵਿੱਚ ਵੀ ਪ੍ਰੀਜ਼ਰਵੇਟਿਵ ਯੂਜ਼ ਕਰਦੇ ਸੀ। ਜਿੰਨੀਆਂ ਸਬਜ਼ੀਆਂ ਸੁਕਾ ਕੇ ਰੱਖਦੇ ਸੀ, ਅਚਾਰ ਅਸੀਂ ਬਣਾ ਕੇ ਰੱਖਦੇ ਸੀ, 5-5 ਸਾਲ ਅਚਾਰ ਖਰਾਬ ਨਹੀਂ ਹੁੰਦਾ ਸੀ। ਬਿਲਕੁਲ। ਸਾਡੇ ਕਿਹੜੇ ਪ੍ਰੀਜ਼ਰਵੇਟਿਵ ਸੀਗੇ? ਸਾਡਾ ਪ੍ਰੀਜ਼ਰਵੇਟਿਵ ਸੀ ਸਰੋਂ ਦਾ ਤੇਲ, ਸਾਡਾ ਪ੍ਰੀਜ਼ਰਵੇਟਿਵ ਸੀ ਕਲੌਂਜੀ, ਗੰਢੇ ਦਾ ਬੀ, ਸਾਡਾ ਪ੍ਰੀਜ਼ਰਵੇਟਿਵ ਸੀ ਮੇਥੇ, ਸਾਡਾ ਪ੍ਰੀਜ਼ਰਵੇਟਿਵ ਸੀ ਹਲਦੀ, ਸਾਡਾ ਪ੍ਰੀਜ਼ਰਵੇਟਿਵ ਸੀ ਲਸਣ। ਆ ਵੀ ਪ੍ਰੀਜ਼ਰਵੇਟਿਵ ਸੀਗੇ ਜਿਹਦੇ ਕਰਕੇ ਤੁਹਾਨੂੰ ਫੰਗਸ ਨਹੀਂ ਲੱਗਦੀ ਸੀ। ਸੋ ਅਸੀਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰੀਏ ਜੇ ਅਸੀਂ ਭਿਆਨਕ ਬਿਮਾਰੀਆਂ ਤੋਂ ਪੀੜਤ ਹਾਂ। ਤੇ ਜੇ ਤੁਸੀਂ ਤੰਦਰੁਸਤ ਹੋ, ਜਿੰਨੀ ਦੇਰ ਤੱਕ ਸਰੀਰ ਚੱਲਦਾ ਬਈ ਕਰੀ ਜਾਓ, ਫਿਰ ਤੇ ਕੋਈ ਦਿੱਕਤ ਨਹੀਂ ਹੈ। ਸੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਤਾਂ ਇਹ ਚੀਜ਼ ਜਿਹੜੀ ਅਪਣਾ ਲੈਣੀ ਚਾਹੀਦੀ ਹੈ ਜ਼ਿੰਦਗੀ। ਯੈਸ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਐਂਡ ਪ੍ਰੀਵੈਂਸ਼ਨ ਇਜ਼ ਹਾਫ ਦਾ ਕਿਉਰ। ਅੱਧਾ ਇਲਾਜ ਤੇ ਤੁਸੀਂ ਆਪ ਕਰ ਲਿਆ, ਅੱਧਾ ਡਾਕਟਰ ਦੇ ਜ਼ਿੰਮੇ ਲਾ ਦਿਓ, ਕੋਈ ਗੱਲ ਨਹੀਂ, ਅੱਧੀ ਅਸੀਂ ਕੰਟਰੀਬਿਊਟ ਕਰੀਏ। ਬਿਲਕੁਲ। ਹੁਣ ਘਰੇਲੂ ਕੀ ਕਰੋਗੇ ਤੁਸੀਂ? ਜਦੋਂ ਅਸੀਂ ਇਹ ਕਹਿੰਦੇ ਆ ਕਿ ਕਾਰਨ ਵੀ ਸੀ, ਡੈਫੀਨੇਸ਼ਨ ਵੀ ਹੋ ਗਈ, ਇਹਦੇ ਕਾਰਨ ਵੀ ਲੱਭ ਲਏ, ਤੇ ਹੁਣ ਅਸੀਂ ਇਹਦੇ 'ਚ ਫਸੇ ਹੋਏ ਹਾਂ ਤੇ ਅਸੀਂ ਹੁਣ ਕੀ ਕਰਨਾ ਜੀ? ਆਪਣੇ ਡਾਕਟਰ ਦੀ ਕਿਵੇਂ ਮਦਦ ਕਰਨੀ ਹੈ? ਅਸੀਂ ਐਵੇਂ ਸੋਚੀਏ ਕਿ ਅਸੀਂ ਡਾਕਟਰ ਦੀ ਹੈਲਪ ਕਰ ਰਹੇ ਹਾਂ। ਡਾਕਟਰ ਤੁਹਾਡੀ ਹੈਲਪ ਨਹੀਂ ਕਰ ਰਿਹਾ, ਤੁਸੀਂ ਡਾਕਟਰ ਦੀ ਹੈਲਪ ਕਰ ਰਹੇ ਹੋ ਤਾਂ ਕਿ ਤੁਸੀਂ ਆਪਣੀ ਖਾਸ ਬਿਮਾਰੀ ਤੋਂ ਨਿਜਾਤ ਪਾ ਸਕੋ। ਉਹਦੇ ਵਿੱਚ 2 ਹੀ ਚੀਜ਼ਾਂ ਨੇ ਜੀ। ਪਹਿਲੀ ਤੇ ਹਲਦੀ, ਜਿਹਦਾ ਮੈਂ ਬਹੁਤ ਪ੍ਰਚਾਰ ਕੀਤਾ ਪਿਛਲੇ 20-30 ਸਾਲਾਂ ਤੋਂ, ਕਿ ਹਲਦੀ ਜਿਹੜੀ ਆ ਉਹ ਐਂਟੀਬਾਇਓਟਿਕ ਹੈ, ਐਂਟੀ ਐਲਰਜਿਕ ਹੈ, ਐਂਟੀਸੈਪਟਿਕ ਹੈ, ਐਂਟੀ ਇਨਫਲੇਮੇਟਰੀ, ਐਂਟੀ ਕੈਂਸਰ ਹੈ, ਐਂਟੀ। ਸੋ ਇੰਨੇ ਵੱਡੇ ਗੁਣ ਮੈਂ ਉਹਦੇ ਇਸ ਕਰਕੇ ਪ੍ਰਚਾਰਦਾ ਰਹਿਣਾ ਹੈ ਕਿ ਕੋਈ ਘਰ ਵੀ ਹਲਦੀ ਤੋਂ ਪਿੱਛੇ ਨਾ ਰਹਿ ਜੇ, ਉਹਦੀ ਵਰਤੋਂ ਕਰੋ। ਜਨਰਲੀ ਵਰਤੋਂ ਕਰਨ ਦੇ ਅੱਜ ਕੱਲ੍ਹ ਤੇ ਹੁਣ ਕੈਪਸੂਲਸ ਬਹੁਤ ਆ ਗਏ। ਮੈਂ ਤੇ ਇੱਥੇ ਸਟੋਰਸ ਤੇ ਦੇਖਿਆ ਜਾ ਕੇ ਈਜ਼ੀਲੀ ਅਵੇਲੇਬਲ ਨੇ ਟਰਮਰਿਕ ਕੈਪਸੂਲਸ। ਸਾਫ਼ ਹਲਦੀ, ਅਡਲਟ੍ਰੇਸ਼ਨ ਨਾ ਹੋਵੇ, ਸੁੱਕੀਆਂ ਗੰਢੀਆਂ ਨੂੰ ਸੁਕਾ ਕੇ ਵੀ ਪੀਸਿਆ ਜਾ ਸਕਦਾ। ਤੁਹਾਡੇ ਕੋਲ ਹਲਦੀ ਤਿਆਰ ਆ। ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮ ਨੂੰ, ਜਿਹੜੇ ਕਿਸੇ ਬਿਮਾਰੀ ਦੀ ਗ੍ਰਿਫਤ 'ਚ ਨੇ। ਲੇਕਿਨ ਜਨਰਲੀ ਮੈਂ ਤੇ ਕਹਿੰਦਾ ਹਰ ਘਰ ਦੇ ਵਿੱਚ ਗੋਲਡਨ ਮਿਲਕ ਅਸੀਂ ਬਹੁਤ ਦੇਰ ਪਹਿਲਾਂ 20 ਸਾਲ 25 ਸਾਲ ਪਹਿਲਾਂ ਨਾਂ ਦਿੱਤਾ ਸੀ ਕਿ ਦੁੱਧ ਨੂੰ ਚਿੱਟਾ ਨਾ ਰਹਿਣ ਦਿਓ, ਉਹਨੂੰ ਗੋਲਡਨ ਬਣਾ ਲਓ। ਉਹਦੇ 'ਚ ਅੱਧਾ ਚਮਚ ਹਲਦੀ ਸਵੇਰੇ, ਅੱਧਾ ਚਮਚ ਸ਼ਾਮੀ ਜੇ ਤੁਸੀਂ ਪੀਂਦੇ ਰਹੋ ਤੇ ਤੁਹਾਨੂੰ ਇੱਕ ਬਿਮਾਰੀ ਨਹੀਂ, ਕਿਉਂਕਿ ਇਹਦੇ 'ਚ ਗੁਣ ਬਹੁਤ ਨੇ, ਇਹਦੀ ਵਰਤੋਂ ਬਹੁਤ ਹੁੰਦੀ ਰਹੀ ਹੈ। ਬਿਲਕੁਲ। ਚਾਹੇ ਉਹ ਅਸੀਂ ਐਕਸਟਰਨਲ ਯੂਜ਼ ਕਰੀਏ, ਚਾਹੇ ਫੋੜੇ ਫਿੰਸੀਏ ਤੇ ਯੂਜ਼ ਕਰੀਏ, ਚਾਹੇ ਅਸੀਂ ਪੀ ਕੇ ਕਰੀਏ, ਮੁੱਢ ਕਦੀਮ ਤੋਂ ਕਰਦੇ ਰਹੇ ਹਾਂ। ਇਹਦੇ 'ਚ ਬਹੁਤ ਗੁਣ ਨੇ, ਸਾਨੂੰ ਇਹਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਦੂਸਰਾ ਐਪਲੀਕੇਸ਼ਨਸ। ਹੁਣ ਜਦੋਂ ਐਪਲੀਕੇਸ਼ਨਸ ਕਰਨੀਆਂ ਤੇ ਅਸੀਂ ਹਲਦੀ ਨੂੰ ਕਿਵੇਂ ਕਰਨਾ ਹੈ ਕਿ ਸਰੋਂ ਦਾ ਤੇਲ ਆਪਣੇ ਆਪ ਦੇ ਵਿੱਚ ਇੱਕ ਦਵਾਈ ਹੈ ਇੰਡੀਪੈਂਡੈਂਟਲੀ। ਇਸ ਕਰਕੇ ਅਸੀਂ ਉਹਦੇ ਵਿੱਚ ਕੁਕਿੰਗ ਵੀ ਕਰਦੇ ਰਹੇ ਹਾਂ। ਉਹਦੇ ਵਿੱਚ ਮਿਲਾ ਕੇ ਅਸੀਂ ਬੜੀਆਂ ਸਾਰੀਆਂ ਪੇਸਟ, ਪੁਲਸਟ, ਫੋੜਾ ਫਿੰਸੀ ਲਈ ਅਸੀਂ ਸ਼ੁਰੂ ਤੋਂ ਉਹਨੂੰ ਆਧਾਰ ਬਣਾਉਂਦੇ ਰਹੇ ਹਾਂ। ਸੋ ਸਰੋਂ ਦੇ ਤੇਲ ਦੇ ਵਿੱਚ ਅਸੀਂ ਹਲਦੀ ਤੇ ਲਸਣ ਬਰੀਕ ਬਰੀਕ ਸਲਾਈਸਿਸ ਕੱਟ ਕੇ ਉਹਦੇ 'ਚ ਪਾ ਕੇ ਉਹਨੂੰ ਸਾੜ ਕੇ ਉਹ ਤੇਲ ਬਣਾ ਲਓ, ਜਿਹਦੇ ਵਿੱਚ ਹਲਦੀ ਦਾ ਰਸ ਚਲਾ ਗਿਆ ਹੈ,
ਔਰ ਨਾਲ ਦੀ ਨਾਲ ਲਸਣ ਦਾ ਰਸ ਚਲਾ ਗਿਆ ਹੈ, ਉਹ ਤੁਹਾਡਾ ਲੋਸ਼ਨ ਤਿਆਰ ਹੋ ਗਿਆ। ਸੋ ਇੱਕੋ ਬਰਾਬਰ ਮਾਤਰਾ ਚ ਪਾਉਣਾ, ਕਿੰਨਾ ਪਾ ਸਕਦੇ ਆ? 1 ਚਮਚ ਮੰਨ ਲਓ ਵੱਡਾ ਹਲਦੀ ਦਾ ਹੈ ਤੇ ਉਹਦੇ ਵਿੱਚ ਛੋਟਾ ਅੱਧਾ ਚਮਚ, 1 ਚਮਚ ਤੇਲ ਦਾ ਹੈ, ਅੱਧਾ ਚਮਚ ਹਲਦੀ ਔਰ 1 ਤੁਰੀ ਲਸਣ ਦੀ। ਇਹਨੂੰ ਸਾੜ ਲਓ। ਉਹ 1 ਚਮਚ ਤੁਹਾਡਾ ਪਿਓਰ ਲਸਣ ਤੇ ਹਲਦੀ ਦਾ ਰਸ ਲੈ ਕੇ ਉਹ ਦਵਾਈ ਤੁਹਾਡੀ ਤਿਆਰ ਹੋ ਗਈ। ਪੇਸਟ ਟਾਈਪ ਬਣ ਗਿਆ। ਇਹ ਆਇਲ ਹੋਏਗਾ ਕਿਉਂਕਿ ਆਇਲ 'ਚ ਤਿਆਰ ਕੀਤਾ ਨਾ ਅਸੀਂ। ਇਹ ਲੋਕਲ ਐਪਲੀਕੇਸ਼ਨ ਵਾਸਤੇ ਹੈ। ਤੇ ਜੇ ਕਿਤੇ ਇਹੋ ਜਿਹੀਆਂ ਜਗ੍ਹਾ ਹੋਣ ਜਿੱਥੇ ਅਸੀਂ ਰੰਗ ਤੋਂ ਬਚਾਅ ਕਰਨਾ ਹੈ, ਉੱਥੇ ਹਲਦੀ ਨੂੰ ਮਾਈਨਸ ਕਰ ਲਓ। ਕੱਲਾ ਲਸਣ ਹੈ ਜਿਹੜਾ, ਬਹੁਤ ਛੋਟੇ ਬੱਚੇ ਨੂੰ ਜੇ ਸੋਰਾਇਸਿਸ ਹੋ ਗਿਆ, ਐਗਜ਼ੀਮਾ ਹੋ ਗਿਆ, ਖਾਰਿਸ਼ ਕਰੀ ਜਾਂਦਾ 3 ਮਹੀਨੇ ਦਾ ਬੱਚਾ, ਤੇ ਕੀ ਕਰੋਗੇ? ਕੱਲਾ ਹੀ ਲਸਣ 1 ਚਮਚ ਦੇ ਵਿੱਚ 1 ਕਲੌਵ ਨੂੰ ਸਾੜ ਕੇ 1 ਚਮਚ ਤੁਹਾਡੇ ਕੋਲ ਤੇਲ, ਉਹਦੀ ਐਪਲੀਕੇਸ਼ਨ ਕਰੋ। ਤੁਹਾਨੂੰ ਕਿਸੇ ਵੀ ਕਰੀਮ ਦੀ ਜਾਂ ਆਇੰਟਮੈਂਟ ਦੀ ਜ਼ਰੂਰਤ ਨਹੀਂ ਪਏਗੀ। ਘਰ ਦਾ ਬਣਾਇਆ, ਤੁਸੀਂ ਆਪ ਡਾਕਟਰ ਦੀ ਹੈਲਪ ਕਰ ਰਹੇ ਆ। ਨਹੀਂ ਕਾਬੂ 'ਚ ਆਉਂਦਾ ਤੇ ਡਾਕਟਰ ਦੇਖੇਗਾ। ਸੋ ਇਸ ਕਰਕੇ ਇਹ ਸਾਡੇ ਜਿਹੜੇ ਲੋਸ਼ਨਸ ਨੇ, ਸਾਡੀ ਜਿਹੜੀ ਲੋਕਲ ਐਪਲੀਕੇਸ਼ਨਸ, ਉਸ ਤੋਂ ਬਾਅਦ ਅਸੀਂ ਇਹਨੂੰ ਪੀਂਦੇ ਆ। ਸਾਡੇ ਕੋਲ ਇੰਟਰਨਲ ਐਡਮਿਨਿਸਟ੍ਰੇਸ਼ਨ ਵਾਸਤੇ, ਸਿਸਟੈਮਿਕ ਐਡਮਿਨਿਸਟ੍ਰੇਸ਼ਨ ਵਾਸਤੇ, ਜਿਹਦੇ ਨਾਲ ਸਾਡੇ ਸਰੀਰ ਦੇ ਅੰਦਰ ਜਾ ਕੇ ਬਹੁਤ ਸਾਰੇ ਵਿਕਾਰ, ਬਹੁਤ ਸਾਰੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ। ਸੋ ਇਹ ਜਿਹੜਾ ਸਰੋਂ ਦਾ ਤੇਲ ਹੈ, ਲਸਣ ਆ, ਹਲਦੀ ਆ, ਇਹਦੀ ਸਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਵਰਤੋਂ ਕਰਨੀ ਪੈਂਦੀ ਹੈ। ਬਲਕਿ ਹਲਦੀ ਦਾ ਤੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੋਇਆ ਹੈ ਕਿ ਵਟਣਾ ਬਣਾਉਂਦੇ ਸੀ, ਉਹਦੇ ਵਿੱਚ ਵੀ ਹਲਦੀ ਪੈਂਦੀ ਸੀ ਸਕਿਨ ਨੂੰ ਸਾਫ਼ ਕਰਨ ਵਾਸਤੇ। ਜੇ ਕਿਤੇ ਫੋੜਾ ਫਿੰਸੀ ਹੋ ਗਿਆ ਜਾਂ ਕਿਤੇ ਕੰਡਾ ਹੀ ਚੁੱਭ ਗਿਆ, ਨਹੀਂ ਉਹਦੀ ਪੁਲਸਟ ਬਣਾ ਕੇ ਲਾ ਦਿੰਦੇ ਸੀ। ਗੰਡਾ ਜਿਹੜਾ ਆ ਉਹਨੂੰ ਹਲਦੀ ਤੇਲ ਦੇ ਵਿੱਚ ਸਾੜ ਕੇ ਉੱਥੇ ਬੰਨ੍ਹ ਦਿੰਦੇ ਸੀ, ਉਹਦੇ ਨਾਲ ਬਾਹਰ ਆ ਜਾਂਦਾ ਸੀਗਾ। ਸੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਵੱਡੀਆਂ ਬਿਮਾਰੀਆਂ ਤੋਂ ਨਿਜਾਤ ਦਿਵਾ ਸਕਦੀਆਂ। ਸੋ ਸਾਨੂੰ ਪ੍ਰੀਵੈਂਟਿਵ, ਕਿਊਰੇਟਿਵ ਐਂਡ ਰਿਹੈਬਿਲਿਟੇਸ਼ਨ ਤਿੰਨੇ ਸੈਗਮੈਂਟ ਤੇ ਫੋਕਸ ਮੈਨੂੰ ਕਰਨਾ ਲੱਗਦਾ ਕਿ ਸਾਡੇ ਵਿਊਅਰਸ ਨੂੰ ਅੱਜ ਬਹੁਤ ਫਾਇਦਾ ਹੋਣ ਵਾਲਾ ਹੈ ਕਿ ਉਹਨਾਂ ਨੇ ਇਹ ਹੁਣ ਦਵਾਈ ਘਰ ਦੇ ਵਿੱਚ ਕਹਿ ਸਕਦੇ, ਬਣਾ ਸਕਦੇ ਆ, ਘਰੇਲੂ ਇਲਾਜ ਕਰ ਸਕਦੇ ਆ, ਤੇ ਡਾਕਟਰ ਦੀ ਵੀ ਹੈਲਪ ਤੇ ਆਪਣੇ ਆਪ ਦੀ ਵੀ ਹੈਲਪ ਹੋ ਸਕਦੀ ਹੈ। ਸੋ ਸਕਿਨ ਦੀਆਂ ਡਿਸੀਜ਼ਸ ਬਹੁਤ ਹੈਗੀਆਂ ਨੇ, ਪਰ ਇੱਕ ਸੌਖੇ ਜਿਹੇ ਤਰੀਕੇ ਦੇ ਨਾਲ ਇਹਦੇ ਤੋਂ ਨਿਜਾਤ ਜਿਹੜਾ ਉਹ ਪਾਇਆ ਜਾ ਸਕਦਾ ਹੈ। ਤੁਹਾਡਾ ਧੰਨਵਾਦ, ਤੁਸੀਂ ਸਟੂਡੀਓ ਦੇ ਵਿੱਚ ਆਉਂਦੇ ਆ ਤੇ ਢੇਰ ਸਾਰੀ ਇਨਫੋਰਮੇਸ਼ਨ ਦਿੰਦੇ ਆ। ਥੈਂਕ ਯੂ ਸੋ ਮਚ। ਡਾਕਟਰ ਮਾਹਲ ਅੱਜ ਫਿਰ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ ਤੇ ਇਹਨਾਂ ਨੇ ਬਹੁਤ ਸੌਖਾ ਤਰੀਕਾ ਦੱਸਿਆ ਚਮੜੀ ਦੇ ਰੋਗਾਂ ਦੇ ਲਈ। ਜ਼ਰੂਰ ਬਣਾਓ, ਪਰ ਬਣਾਉਣ ਦੀ ਨੌਬਤ ਹੀ ਨਾ ਪਵੇ। ਘਰ ਦੇ ਵਿੱਚ ਚੰਗਾ ਖਾਣਾ ਬਣਾਈਏ ਤਾਂ ਕਿ ਅਸੀਂ ਜਿਹੜਾ 100 ਸਾਲ ਦੀ ਜ਼ਿੰਦਗੀ ਜਿਹੜੀ ਆ ਜਿਉ ਸਕੀਏ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।